ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ ਦੀਪ ਸੰਦੀਪ ਤੇ ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਰੰਗ ਪੰਜਾਬੀ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਇਸ ਪ੍ਰੋਗਰਾਮ ਰਾਹੀਂ ਸੰਗੀਤਕ ਖੇਤਰ ਨਾਲ ਜੁੜੇ ਵੱਖੋ ਵੱਖਰੇ ਰੰਗ ਲੈ ਕੇ ਹਾਜ਼ਰ ਹੁੰਦੇ ਹਾਂ ਤੇ ਜਿਹੜਾ ਅੱਜ ਦਾ ਰੰਗ ਹੈ ਉਹ ਗੀਤਕਾਰੀ ਦਾ ਰੰਗ। ਤੇ ਅੱਜ ਜਿਹੜੇ ਸਟੂਡੀਓ ਦੇ ਵਿੱਚ ਸਾਡੇ ਮਹਾਨ ਗੀਤਕਾਰ, ਮਹਾਨ ਸਾਹਿਤਕਾਰ ਪਹੁੰਚੇ ਨੇ, ਜਿਵੇਂ ਉਹਨਾਂ ਦੇ ਬਾਰੇ ਥੋੜਾ ਤਾਰਫ ਕਰਵਾ ਦਾਂ ਤਾਂ ਉਹਨਾਂ ਦੇ ਜੇ ਗੀਤਾਂ ਦੀ ਗੱਲ ਕਰੀ ਤਾਂ ਮੁਹੰਮਦ ਸਦੀਕ ਤੇ ਨਰਿੰਦਰ ਬੀਬਾ ਜੀ, ਸੁਰਿੰਦਰ ਕੌਰ ਜੀ ਨੇ ਉਹਨਾਂ ਦੇ ਗੀਤ ਗਾਏ ਨੇ। ਬਹੁਤ ਸੋਹਣੇ ਸਾਹਿਤਕਾਰ, ਗੀਤਕਾਰ ਜਣਕ ਸ਼ਰਮੀਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸੰਦੀਪ ਜੀ, ਮੈਂ ਬਹੁਤ ਤੁਹਾਡਾ ਧੰਨਵਾਦੀ ਹਾਂ ਜਿਨ੍ਹਾਂ ਨੇ ਰੰਗ ਪੰਜਾਬੀ ਪ੍ਰੋਗਰਾਮ ਰਾਹੀਂ ਮੈਨੂੰ ਦਰਸ਼ਕਾਂ ਦੇ ਰੂਬਰੂ ਕੀਤਾ। ਮੈਂ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸਵਾਗਤ ਹੈ ਜੀ ਸਾਡਾ ਸਟੂਡੀਓ ਦੇ ਵਿੱਚ। ਤੇ ਮੇਰਾ ਪਹਿਲਾ ਸਵਾਲ ਤੁਹਾਡੇ ਪਿਛੋਕੜ ਨਾਲ ਹੀ ਜੁੜਿਆ ਕਿ ਤੁਹਾਡਾ ਪਿਛੋਕੜ ਕਿੱਥੋਂ ਦਾ, ਕਿੱਥੋਂ ਤੁਸੀਂ ਰਹਿਣ ਵਾਲੇ ਹੋ ਤੇ ਕਿੱਦਾਂ ਤੁਹਾਡੀ ਪਰਵਰਿਸ਼? ਮੇਰਾ ਪਿੰਡ ਪੱਕਾ ਕਲਾਂ ਹੈ ਜੀ। ਪੱਕਾ ਕਲਾਂ ਜ਼ਿਲ੍ਹਾ ਬਠਿੰਡੇ ਦੇ ਦਾ ਇੱਕ ਪਿੰਡ ਹੈ। ਤਾਂ ਮੈਂ ਇੱਥੇ ਦਾ ਜੰਮਪਲ, ਇੱਥੇ ਮੈਂ ਪੜ੍ਹਾਈ ਲਿਖਾਈ ਕੀਤੀ ਹੈ। ਉਸ ਤੋਂ ਬਾਅਦ ਮੈਂ ਗੌਰਮੈਂਟ ਰਜਿੰਦਰਾ ਕਾਲਜ ਦੇ ਵਿੱਚ ਸਰਵਿਸ 'ਚ ਆਇਆ ਅਤੇ ਮੈਂ ਨਿੱਕਾ ਹੁੰਦੇ ਹੀ ਪੰਜਾਬੀ ਗੀਤਕਾਰੀ ਦੇ ਨਾਲ ਸੰਬੰਧਿਤ ਹੋ ਗਿਆ ਸੀ। ਮੈਂ ਉੱਥੋਂ ਗੀਤ ਲਿਖਣੇ ਸ਼ੁਰੂ ਕੀਤੇ। ਅਤੇ ਜਦੋਂ ਤੁਸੀਂ ਗੀਤਕਾਰੀ ਦੀ ਸ਼ੁਰੂਆਤ ਕੀਤੀ ਹੈ ਉਦੋਂ ਜਿਹੜੇ ਗੀਤਕਾਰ ਹੁੰਦੇ ਸੀ ਉਹਨਾਂ ਨੂੰ ਵਰਜਿਆ ਜਾਂਦਾ ਸੀ, ਰੋਕਿਆ ਜਾਂਦਾ ਸੀ ਗਾਣੇ ਲਿਖਣ ਤੋਂ, ਕਿਉਂਕਿ ਇਹਨਾਂ ਨੂੰ ਪੰਜਾਬੀ 'ਚ ਕਹਿ ਦਿੱਤਾ ਕੰਜਰਾਂ ਦਾ ਕਿੱਤਾ ਕਹਿ ਦਿੰਦੇ ਸੀ। ਬਿਲਕੁਲ। ਅਤੇ ਤੁਹਾਡੇ ਨਾਲ ਇਹ ਸੰਬੰਧ ਕਿਵੇਂ ਬਣਿਆ, ਮਾਂ ਪਿਓ ਦਾ, ਪੇਰੈਂਟਸ ਦਾ ਵੀ ਉਹਨਾਂ ਨੇ ਆਗਿਆ ਦਿੱਤੀ ਤੁਹਾਨੂੰ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਜਿਹੜੀ ਗੀਤਕਾਰੀ ਸੀ ਜਾਂ ਸਾਡੀ ਪੰਜਾਬ ਦੀ ਲੋਕ ਗਾਇਕੀ ਸੀ, ਇਹਨਾਂ ਨੂੰ ਸਾਡੇ ਸਮਾਜ ਨੇ ਪ੍ਰਵਾਨ ਨਹੀਂ ਕੀਤਾ ਸੀ। ਅਗਰ ਉਹ ਸੁਣਦੇ ਸੀ, ਕਿਉਂਕਿ ਇਹ ਮਰਦ ਪ੍ਰਧਾਨ ਜਿਹੜੀ ਲੋਕ ਗਾਇਕੀ ਸੀ, ਇਹਦੇ ਪ੍ਰੋਗਰਾਮ ਜਿਹੜੇ ਪਿੰਡਾਂ ਤੋਂ ਬਾਹਰ ਹੁੰਦੇ ਸੀ, ਲੋਕ ਇਹਨੂੰ ਪਸੰਦ ਬਹੁਤ ਕਰਦੇ ਸੀ, ਲੇਕਿਨ ਇਹਨਾਂ ਨੂੰ ਪਿੰਡਾਂ 'ਚ ਆਉਣ ਦੀ ਆਗਿਆ ਨਹੀਂ ਸੀ। ਸਭ ਤੋਂ ਪਹਿਲਾਂ ਸਾਡੇ ਜਿਹੜੇ ਅਖਾੜੇ ਸੀ, ਜਿਹਦੇ ਵਿੱਚ ਸਾਡੇ ਢਾਡੀ ਸੀ, ਜਿਹੜੇ ਕਿ ਲੋਕ ਗਥਾਵਾਂ ਗਾਉਂਦੇ ਸੀ, ਕਲੀਆਂ ਗਾਉਂਦੇ ਸੀ, ਸਭ ਤੋਂ ਪਹਿਲਾਂ ਇਹ ਪਿੰਡਾਂ ਤੋਂ ਬਾਹਰ ਇਹਨਾਂ ਨੂੰ ਪ੍ਰਵਾਨਗੀ ਸੀ। ਉੱਥੋਂ ਲੋਕ ਬੜੇ ਚਾਅ ਨਾਲ ਇਹਨਾਂ ਨੂੰ ਬੁਲਾਉਂਦੇ ਸੀ। ਉਸ ਤੋਂ ਬਾਅਦ ਹੌਲੀ ਹੌਲੀ ਜਿਹੜੀ ਪੰਜਾਬ ਦੀ ਜਿਹੜੀ ਲੋਕ ਗਾਇਕੀ ਸੀ, ਉਹ ਸਪੀਕਰਾਂ ਰਾਹੀਂ ਸਾਡੇ ਐਂਟਰ ਕਰਕੇ ਸਾਡੇ ਪਿੰਡਾਂ ਦੇ ਵਿੱਚ ਕੋਠਿਆਂ 'ਤੇ ਆ ਗਈ। ਉਦੋਂ ਜਿਹੜੇ ਮੰਜੇ ਜੋੜ ਕੇ ਮਤਲਬ ਸਪੀਕਰ ਲੱਗਦੇ ਸੀ ਅਤੇ ਲੋਕ ਬੜੇ ਚਾਅ ਨਾਲ ਸੁਣਦੇ ਸੀ। ਉਸ ਤੋਂ ਹੌਲੀ ਹੌਲੀ ਉੱਥੋਂ ਉਤਰ ਕੇ ਸਾਡੇ ਕਮਰਿਆਂ 'ਚ ਆ ਗਈ ਟੇਪ ਰਿਕਾਰਡਾਂ ਰਾਹੀਂ ਜਿਹੜੀ ਪੰਜਾਬ ਦੀ ਲੋਕ ਗਾਇਕੀ ਸੀ। ਇਸ ਤੋਂ ਬਾਅਦ ਜਿਹੜੀ ਸਾਡੀ ਕਮਰਿਆਂ ਦੇ ਵਿੱਚ ਆਉਣ ਕਰਕੇ ਲੋਕਾਂ ਨੇ ਜਦੋਂ ਪ੍ਰਵਾਨ ਕੀਤਾ ਤਾਂ ਇਹ ਸਾਡੀ ਵਰਲਡ ਪੱਧਰ 'ਤੇ ਇਹਦਾ ਵਿਸ਼ਵੀਕਰਨ ਹੋ ਗਿਆ ਅਤੇ ਸਾਡੇ ਵਰਲਡ ਪੱਧਰ 'ਤੇ ਸਾਡੇ ਲੋਕਾਂ ਦੇ ਨਾਲ ਜੁੜ ਗਏ। ਅਤੇ ਤੁਸੀਂ ਪੜ੍ਹਾਈ ਲਿਖਾਈ ਬਾਰੇ ਦੱਸੋ, ਕਿੱਦਾਂ ਤੁਸੀਂ ਪੜ੍ਹਾਈ ਲਿਖਾਈ? ਅਤੇ ਮੈਨੂੰ ਇਹ ਪਤਾ ਲੱਗਿਆ ਵੀ ਤੁਸੀਂ ਗੀਤਕਾਰੀ ਤੋਂ ਪਹਿਲਾਂ ਸਾਹਿਤ ਵੱਲ ਪਹਿਲਾਂ ਆਏ, ਫਿਰ ਗੀਤਕਾਰੀ ਵੱਲ ਬਾਅਦ 'ਚੋਂ ਆਏ। ਹਾਂ, ਅਸੀਂ ਜਦੋਂ ਸਭ ਤੋਂ ਪਹਿਲਾਂ ਮੇਰੀ ਹਾਇਰ ਸੈਕੰਡਰੀ ਕੀਤੀ ਹੋਈ ਹੈ, ਉਦੋਂ ਇਹਨੂੰ ਪ੍ਰੈਪ ਕਹਿੰਦੇ ਸੀ ਜੀ। ਉਸ ਤੋਂ ਜਦੋਂ ਮੈਂ ਇਹਦਾ ਮੇਰਾ ਰੁਝਾਨ, ਸਾਡੇ ਟੀਚਰ ਸੀਗੇ ਗਿਆਨੀ ਦਰਬਾਰਾ ਸਿੰਘ ਜੀ, ਮਾਸਟਰ ਹਰਵਿੰਦਰ ਸਿੰਘ ਜੀ, ਸ਼ੁਰੂ 'ਚ ਹੀ ਸਾਨੂੰ ਸਕੂਲ ਦੇ ਵਿੱਚ ਹੀ ਬਹੁਤ ਵਧੀਆ ਮੇਰੀ ਹੌਸਲਾ ਅਫਜ਼ਾਈ ਕਰਦੇ ਸੀ। ਮੈਂ ਕਵਿਤਾਵਾਂ ਲਿਖਦਾ ਸੀ। ਤਾਂ ਮੈਂ ਪੰਜਾਬੀ ਸਾਹਿਤ ਦੇ ਵਿੱਚ ਆਇਆ। ਪੰਜਾਬੀ ਸਾਹਿਤ ਦੇ ਵਿੱਚ ਆਉਣ ਨਾਲ ਜਦੋਂ ਮੈਂ ਜਿਹੜੇ ਸਥਾਪਿਤ ਮੈਗਜ਼ੀਨ ਸੀ ਉਹਨਾਂ ਛਪਦਾ ਰਿਹਾ, ਉਹਨਾਂ 'ਚ ਵੱਖ-ਵੱਖ ਜਿਵੇਂ ਜਨ ਸਾਹਿਤ, ਜਾਗਰਤੀ, ਮੈਂ ਸਾਰੇ ਜਿਹੜੇ ਪੂਰੇ ਵਧੀਆ ਮੈਗਜ਼ੀਨ ਸੀ ਉਹਨਾਂ ਦੇ ਵਿੱਚ ਮੈਂ ਛਪਦਾ ਰਿਹਾ। ਤਾਂ ਇਸ ਤੋਂ ਬਾਅਦ ਮੈਂ ਪ੍ਰਭਾਵਿਤ ਸੀਗਾ ਪੰਜਾਬ ਦੀ ਲੋਕ ਗਾਇਕੀ ਤੋਂ, ਕਿਉਂਕਿ ਉਦੋਂ ਅਖਾੜੇ ਲੱਗਣੇ ਸ਼ੁਰੂ ਹੋ ਗਏ ਸੀ। ਜੀ। ਉਹਨਾਂ ਟਾਈਮਾਂ ਚਾਂਦੀ ਰਾਮ ਚਾਂਦੀ, ਆਪਣੇ ਇਹ ਲਾਲ ਚੰਦ ਜਵਲਾ ਜੱਟ ਜੀ, ਅਤੇ ਇਹਨਾਂ ਦੇ ਪ੍ਰੋਗਰਾਮ, ਹਰਚਰਨ ਗਰੇਵਾਲ ਜੀ, ਇਹਨਾਂ ਦੇ ਪ੍ਰੋਗਰਾਮ ਹੁੰਦੇ ਸੀ। ਉਸ ਤੋਂ ਬਾਅਦ ਮੁਹੰਮਦ ਸਦੀਕ ਸਾਹਿਬ ਬਾਅਦ 'ਚ ਆਏ ਇਹਨਾਂ ਤੋਂ। ਠੀਕ ਹੈ। ਉਦੋਂ ਮਤਲਬ ਮੈਂ ਵੀ ਅਖਾੜਿਆਂ ਦਾ ਕਾਫੀ ਉਹ ਸੀ, ਮੈਂ ਸੁਣਦਾ ਰਿਹਾ ਤਾਂ ਮੈਨੂੰ ਵਧੀਆ ਲੱਗੇ ਅਤੇ ਮੈਂ ਇਹਨਾਂ ਤੋਂ ਪ੍ਰਭਾਵਿਤ ਹੋ ਗਿਆ ਅਤੇ ਮੈਂ ਪੰਜਾਬੀ ਲੋਕ ਗਾਇਕੀ ਵੱਲ ਮੇਰੇ ਜਿਹੜੇ ਗੀਤਕਾਰੀ ਸੀ ਉਹਨੂੰ ਸ਼ੁਰੂ ਹੋ ਗਏ। ਅਤੇ ਸਾਹਿਤ ਦੇ ਵਿੱਚ ਜਿਹੜਾ ਕੁਛ ਰਚਿਆ, ਉਹ ਯਾਦ ਆ ਕੋਈ ਪਹਿਲੀ ਰਚਨਾ ਜਿਹੜੀ ਛਪੀ ਹੋਵੇ, ਜਾਂ ਉਹਦੇ 'ਚ ਕਿਹਦਾ ਹੌਸਲਾ ਸੀਗਾ, ਕਿਹਦੀ ਹੱਲਾਸ਼ੇਰੀ ਸੀ ਉਹਦੇ ਛਾਪਣ ਦੇ ਵਿੱਚ? ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਪਹਿਲਾਂ ਮੇਰੀਆਂ ਗਜ਼ਲਾਂ ਹੁੰਦੀਆਂ ਸੀ, ਜਿਹਦਾ ਪੂਰਾ ਮੈਂ ਵਿਧਾਨ ਤੋਂ ਜਾਣੂ ਨਹੀਂ ਸੀ, ਲੇਕਿਨ ਮੈਂ ਲਿਖਦਾ ਸੀ। ਸਾਹਿਤਕ ਗੀਤ ਮੈਂ ਲਿਖਦਾ ਸੀ, ਬਹੁਤ ਸਾਰੇ ਗੀਤ ਲਿਖੇ। ਜਿਹੜੇ ਸਾਡੇ ਟੀਚਰ ਸੀਗੇ ਉਹ ਮੇਰੀ ਹੌਸਲਾ ਵਧਾਈ ਕਰਦੇ ਸੀ। ਉਹ ਕਹਿੰਦੇ ਸੀ ਬਹੁਤ ਸੋਹਣਾ ਤੂੰ ਲਿਖਦਾ, ਤਾਂ ਮੈਂ ਉਹ ਲਿਖਦਾ ਰਿਹਾ ਅਤੇ ਮੇਰਾ ਰੁਝਾਨ ਇੱਧਰ ਨੂੰ ਮੈਂ ਪ੍ਰਪੱਕ ਹੁੰਦਾ ਗਿਆ। ਅਤੇ ਜਿਵੇਂ ਸਿਆਣੇ ਕਹਿੰਦੇ ਨੇ ਵੀ ਗੁਰੂ ਬਿਨਾਂ ਗਾਤ ਨਹੀਂ ਅਤੇ ਸ਼ਾਹ ਬਿਨਾਂ ਪੱਤ ਨਹੀਂ। ਹਾਂਜੀ। ਫਿਰ ਗੀਤਕਾਰੀ ਦੇ ਵਿੱਚ ਆਪਣੇ ਉਸਤਾਦ ਜੀ ਕਿਹਨੂੰ ਧਾਰਿਆ ਤੁਸੀਂ, ਕਿਹਨਾਂ ਨੂੰ, ਜਿਹੜੇ ਤੁਹਾਡੇ ਉਸਤਾਦ? ਗੀਤਕਾਰੀ ਦੇ ਵਿੱਚ ਪੰਡਿਤ ਹੁਕਮ ਚੰਦ ਜੀ ਖਲੀਲੀ, ਜਿਹੜੇ ਕਿ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਰਾਈਟਰ ਸੀ, ਸੌਂਗ ਰਾਈਟਰ ਸੀ ਜੀ। ਮੈਂ ਉਹਨਾਂ ਨੂੰ ਉਸਤਾਦ ਧਾਰਿਆ। ਅਤੇ ਉਹਦੇ ਨਾਲ ਹੀ ਜਗਦੀਸ਼ ਰਾਏ ਫਰਿਆਦੀ ਜੀ, ਜਿਹੜੇ ਵਧੀਆ ਐਕਟਰ ਸੀ,
ਨਾਟਕਕਾਰ ਸੀਗੇ। ਉਹਨਾਂ ਤੋਂ ਮੈਂ ਇਹਦੇ ਬਾਰੇ ਬਕਾਇਦਾ ਤੌਰ 'ਤੇ ਤਾਲੀਮ ਹਾਸਲ ਕੀਤੀ। ਤੇ ਇਹਦੇ ਲਈ ਪਿੰਗਲ ਵਗੈਰਾ ਵੀ ਦੀ ਜਾਣਕਾਰੀ ਤੁਸੀਂ ਪ੍ਰੋਪਰ ਲਈ ਫਿਰ? ਉਹਨਾਂ ਟਾਈਮਾਂ ਦੇ ਵਿੱਚ ਪਿੰਗਲ ਦਾ ਖਾਸ ਖਿਆਲ ਰੱਖਿਆ ਜਾਂਦਾ ਸੀ। ਹੁਣ ਤਾਂ ਮਤਲਬ ਕੋਈ ਧਿਆਨ ਨਹੀਂ ਦਿੰਦਾ, ਕਾਫੀ, ਲੇਕਿਨ ਪਿੰਗਲ ਦੇ ਵੱਲ ਉਹਦਾ ਖਾਸ ਧਿਆਨ ਦਿੱਤਾ ਜਾਂਦਾ ਸੀ। ਪਿੰਗਲ ਤੋਂ ਸਿੱਖਣ ਤੋਂ ਬਾਅਦ ਹੀ ਬੰਦਾ ਲਿਖਣ ਲੱਗਦਾ ਸੀ। ਕੋਈ ਵੀ ਕਵਿਤਾ ਹੈ ਜਾਂ ਕੋਈ ਗੀਤ ਦਾ ਕਿੱਸਾ ਹੈ ਜਾਂ ਕੋਈ ਗੀਤ ਹੈ, ਇਸੇ ਤੋਂ ਹੀ ਮਤਲਬ ਲਿਖਦੇ ਸੀ। ਅੱਜ ਕੱਲ੍ਹ ਦੇ ਜੇ ਵੇਖਿਆ ਜਾਵੇ ਤਾਂ ਨੌਜਵਾਨ ਪੀੜ੍ਹੀ ਸਿੱਖਣ ਤੋਂ ਬਹੁਤ ਚੱਲਦੀ ਹੈ, ਤੇ ਤੁਸੀਂ ਉਸਤਾਦਾਂ ਦੀ ਫਿਰ ਮਾਰ ਵੀ ਪੈਂਦੀ ਹੈ, ਉਹਨਾਂ ਤੋਂ ਕੁਛ ਝਿੜਕਾਂ ਵੀ ਪੈਂਦੀਆਂ, ਕੋਈ ਕੱਚ ਘਰੜ ਜਦੋਂ ਲਿਖਿਆ ਜਾਂਦਾ। ਦੇਖੋ ਸਾਡੇ ਉਸਤਾਦ ਤਾਂ ਬਖਸ਼ਦੇ ਨਹੀਂ ਸੀਗੇ ਜੀ, ਗਾਲਾਂ ਕੱਢਣ ਤੱਕ ਜਾਂਦੇ ਸੀਗੇ। ਉਹ ਸੋਚਦੇ ਸੀ ਵੀ ਯਾਰ ਇਹ ਐਂ ਲਿਖ ਕਿਉਂ ਦਿੱਤਾ, ਲੇਕਿਨ ਉੱਥੋਂ ਸਿੱਖਿਆ ਬਹੁਤ ਮਿਲਦੀ ਸੀ ਜੀ। ਕਈ ਸਾਲ ਉਹ ਸਿਖਾਉਂਦੇ ਰਹਿੰਦੇ ਸੀ। ਠੀਕ ਹੈ। ਉਹ ਸਿੱਖਣ ਤੋਂ ਬਾਅਦ ਹੀ ਅਸੀਂ ਇਸ ਗੀਤਕਾਰੀ ਦੇ ਵਿੱਚ ਆਏ। ਹੁਣ ਵਾਲੇ ਮੁੰਡੇ ਇਹ ਨਹੀਂ ਲਿਖਦੇ, ਹੁਣ ਤਾਂ ਸਿੱਧੇ ਹੀ ਮਤਲਬ ਆਪਦੀ ਚੱਕ ਲਓ ਧਰ ਲਓ। ਹਾਂ, ਉਹ ਸ਼ੁਰੂ ਕਰ ਲਿਆ। ਤੇ ਮੁਹੰਮਦ ਸਦੀਕ ਜੀ ਦਾ ਜਦੋਂ ਨਾਮ ਆਉਂਦਾ ਤਾਂ ਬੜੇ ਆਦਰ ਸਤਿਕਾਰ ਨਾਲ ਉਸ ਜੋੜੀ ਦਾ ਨਾਮ ਲਿਆ ਜਾਂਦਾ, ਤਾਂ ਤੁਹਾਡੀ ਉਸ ਜੋੜੀ ਦੇ ਨਾਲ ਪਹਿਲੀ ਮਿਲਣੀ ਜਾਂ ਪਹਿਲੀ ਮੁਲਾਕਾਤ ਕਿਵੇਂ ਹੋਈ, ਤੇ ਉਸ ਤੋਂ ਪਹਿਲਾਂ ਗੀਤ ਰਿਕਾਰਡ ਹੋ ਚੁੱਕੇ ਸੀ, ਇਹ ਵੀ ਦੱਸੋ। ਮੇਰਾ ਗੀਤ ਰੇਡੀਓ ਸਟੇਸ਼ਨ 'ਤੇ ਆਉਂਦੇ ਸੀ ਜੀ। ਸੁਰਿੰਦਰ ਸ਼ਿੰਦੀ ਜੀ ਸੀਗੇ ਮਾਨਸਾ ਤੋਂ, ਲੋਕ ਸੰਪਰਕ ਦੇ ਵਿੱਚ ਸੀਗੇ, ਆਰਟਿਸਟ, ਬਕਾਇਦਾ ਉਹ ਸਰਕਾਰੀ ਸਰਵਿਸ ਦੇ ਵਿੱਚ ਸੀ। ਉਹਨਾਂ ਨੇ ਮੇਰੇ ਗੀਤ ਜਿਹੜੇ ਲੋਕ ਗਥਾਵਾਂ ਪੂਰਨ ਭਗਤ ਰਿਕਾਰਡ ਕਰਵਾਈ ਜੀ। ਮਹਿਲੀ ਚੜ੍ਹ ਸੁੰਦਰਾਂ ਆਵਾਜ਼ਾਂ ਮਾਰਦੀ, ਪੂਰਨਾ ਨਿਸ਼ਾਨੀ ਵੀ ਕੋਈ ਦੇਗਾ ਪਿਆਰ ਦੀ ਜੀ। ਉਸ ਤੋਂ ਬਾਅਦ ਮਤਲਬ ਮੈਂ ਇਹਨਾਂ ਨੂੰ ਵੱਖਰੇ ਤੌਰ 'ਤੇ ਜਦੋਂ ਇਹ ਮੇਰੇ ਵਾਸਤੇ ਬੜੇ ਸੌਖੇ ਸੀ ਗੀਤ, ਆ ਜਿਹੜੇ ਦੁਗਾਣੇ ਸੀ ਜੀ, ਤਾਂ ਮੈਨੂੰ ਇੰਨਾ ਪਤਾ ਸੀ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ, ਮੈਂ ਗੀਤ ਸਦੀਕ ਸਾਹਿਬ ਨੂੰ ਦਿਖਾਵਾਂ। ਮੈਂ ਦੁਗਾਣੇ ਲੈ ਕੇ ਉਹਨਾਂ ਕੋਲ ਗਿਆ, ਤਾਂ ਮੈਂ ਸਰਵਿਸ ਦੇ ਵਿੱਚ ਸੀ ਜੀ, ਤਾਂ ਮੈਂ ਚੰਡੀਗੜ੍ਹ ਦਾ ਪ੍ਰੋਗਰਾਮ ਕੱਢਿਆ ਵੀ ਉਹਨਾਂ ਨੂੰ ਜਾਂਦਾ ਹੈ ਮਿਲ ਜੂ। ਮੈਂ ਵਾਇਆ ਲੁਧਿਆਣਾ ਗਿਆ, ਸਦੀਕ ਸਾਹਿਬ ਨਾਲ ਮੇਰੀ ਜਾਣ ਪਛਾਣ ਹੋਈ, ਗੱਲਬਾਤ ਕੀਤੀ। ਉਹ ਕਾਫੀ ਰਜੇਵੇਂ ਸੀ ਜੀ, ਲੇਕਿਨ ਜਦੋਂ ਕਹਿੰਦੇ ਵੀ ਅਸੀਂ ਜਾ ਰਹੇ ਹਾਂ, ਲੇਕਿਨ ਉਹ 5-4 ਕਦਮ ਜਾ ਕੇ ਵਾਪਸ ਮੁੜੇ। ਮੈਨੂੰ ਕਹਿੰਦੇ ਸੁਣਾ ਵੀ, ਤਾਂ ਮੈਂ ਉਹਨੂੰ ਗੀਤ ਸੁਣਾਇਆ। ਪਹਿਲੇ ਪੈਰ ਨੂੰ ਚੰਦ ਚੜ੍ਹ ਜਾਂਦਾ, ਪਿਛਲੇ ਪੈਰ ਨੂੰ ਤਾਰੇ, ਠੀਕ ਹੈ, ਪੈਂਦੀ ਹੈ ਛਣਕ ਮੇਰੀ ਵੰਗ ਵੇ ਮੇਰੇ ਬਸ ਨਾ ਗੱਭਰੂ, ਠੀਕ ਹੈ, ਹੌਲੀ ਫੁੱਲ ਤਤਰਾਂ ਦੇ ਫੰਗ ਵਰਗੀ ਜੱਟੀ ਮਿਲੀ ਜੱਟ ਨੂੰ ਪਤੰਗ, ਠੀਕ ਹੈ। ਉਹ ਕਹਿੰਦੇ ਇਹਦੇ ਤਾਂ ਆਪਣੇ ਆਪ ਹੀ ਕੰਪੋਜੀਸ਼ਨਾਂ ਬਣੀਆਂ ਪਈਆਂ, ਆਪਣੇ ਆਪ ਹੀ ਇਹਦਾ ਯਾਰ ਸਾਰੇ ਜਿੰਨੇ ਮਰਜ਼ੀ ਲਾਇਆ ਤੇਰੇ ਸਾਰੇ ਗੀਤ ਹੀ ਉਹ ਰੈਲੇ ਚੱਲਦੇ ਸੀ ਜੀ ਗੀਤ ਵੀ। ਤਾਂ ਮੈਂ ਫਿਰ ਉੱਥੋਂ ਇਹ ਸੋਚਿਆ, ਮੈਂ ਕਿਹਾ ਯਾਰ ਕਿਤੇ ਕੋਈ ਜਾਣ ਪਛਾਣ ਨਹੀਂ ਸੀ, ਇੱਕ ਸਰਵਿਸ ਦੇ ਵਿੱਚ ਸੀ ਮੈਂ, ਵੀ ਕੋਈ ਇਹੋ ਜਿਹੀ ਗੱਲ ਨਾ ਹੋ ਜੇ। ਮੈਂ ਉਹ ਗੀਤ ਲੈ ਕੇ ਵਾਪਸ ਆ ਗਿਆ। ਠੀਕ ਹੈ। ਸਦੀਕ ਸਾਹਿਬ ਮੇਰੇ ਕੋਲੇ ਪੁੱਛੋ ਮੰਡੀ ਸਰਵਿਸ ਕਰਦਾ ਸੀ, ਉੱਥੇ ਆ ਗਏ ਜੀ। ਉਹ ਕਹਿੰਦੇ ਯਾਰ ਤੇਰੇ ਨਾਲ ਕੋਈ ਹੇਰਾ ਫੇਰੀ ਨਹੀਂ ਹੁੰਦੀ, ਦੇਖ ਮੈਨੂੰ ਮੈਂ ਰਿਕਾਰਡ ਕਰਾਉਣੀ। ਤਾਂ ਜਿੰਨੇ ਮੈਂ ਗੀਤ ਦਿੱਤੇ ਉਹ ਰਿਕਾਰਡ ਹੋ ਗਏ। ਬਿਲਕੁਲ। ਅਤੇ ਬੜੇ ਉਹ ਪ੍ਰਵਾਨ ਹੋਏ ਲੋਕਾਂ ਨੇ, ਤੇ ਬੜਾ ਵਧੀਆ ਮੈਨੂੰ ਰਿਸਪੌਂਸ ਮਿਲਿਆ। ਮੈਂ ਜਦੋਂ ਸ਼ਰਮੀਲਾ ਸਾਹਿਬ ਦੇ ਗੀਤਾਂ ਦੀ ਗੱਲ ਕਰਦਾ ਤਾਂ ਮੇਰੇ ਅਕਸਰ ਯਾਦ ਆ ਜਾਂਦਾ ਵੀ ਉਹ ਸ਼ਰਮੀਲਾ ਸਾਹਿਬ ਦਾ ਗੀਤ ਹੈ ਵੀ ਜਦੋਂ ਹੱਸੇ ਲੱਡੂਆਂ ਦਾ ਮੀਂਹ ਵਰੇ ਨੂੰ, ਤਾਂਹੀਓ ਸ਼ਰਮੀਲਾ ਤੇਰਾ ਪਾਣੀ ਭਰੇ ਨੂੰ। ਉਹ ਅਸਲ ਦੇ ਵਿੱਚ ਇਹ ਸੀ ਯਾਰ, ਉਦੋਂ ਪਤਾਸਿਆਂ ਦਾ ਯੁੱਗ ਸੀ ਨਾ। ਮੈਂ ਆਖਿਆ ਜਿਹੜਾ ਮਹਿੰਗਾ ਕਰ ਦਈਏ ਕੰਮ ਜੀ, ਪਹਿਲਾਂ ਪਤਾਸੇ ਚੱਲਦੇ ਸੀ, ਤੇਰੇ ਸਿਰ ਤੋਂ ਪਤਾਸੇ ਵਾਰਾਂ ਨੇ ਕਿੱਧਰ। ਮੈਂ ਕਿਹਾ ਯਾਰ ਮਹਿੰਗਾ ਕਰ, ਥੋੜ੍ਹਾ ਜਿਹਾ ਜਿਹੜਾ ਹੈਗਾ ਬਦਲ ਗਿਆ। ਠੀਕ ਹੈ। ਸਮਾਂ ਜਿਹੜਾ ਵਕਤ, ਉਹ ਮੈਂ ਫਿਰ ਲੱਡੂ ਕੀਤੇ। ਠੀਕ ਹੈ। ਤਾਂ ਫਿਰ ਪ੍ਰਭਾਵਿਤ ਹੋਣ, ਤੁਹਾਨੂੰ ਵੀ ਲੱਡੂਆਂ ਦੀ ਤੋਲਤਾ ਦਰਸ਼ਕਾਂ ਨੇ, ਸੁਣਨ ਵਾਲਿਆਂ ਨੇ। ਹਾਂ, ਜਿਹੜੇ ਮੈਨੂੰ ਇਸ ਤਰ੍ਹਾਂ ਦਾ ਹੋਇਆ ਵੀ ਮੈਨੂੰ ਤਾਂ ਜਦੋਂ ਮੈਂ ਗੀਤ ਮੇਰੇ ਆਏ ਜੀ, ਲਿਖੇ ਤਾਂ ਉਹ ਸਹਿਜ ਸੁਭਾਈ ਸੀ ਜੀ, ਪਰ ਲੋਕ ਮੈਨੂੰ ਉਦੋਂ ਐਂ ਦੇਖਣ ਵਾਸਤੇ ਆਉਣ ਲੱਗ ਗਏ ਮੇਰੇ ਦਫ਼ਤਰ 'ਚ ਜਿਵੇਂ ਕੋਈ ਬਿਨਾਂ ਹਥਿਆਰ ਤੋਂ ਬੱਬਰ ਸ਼ੇਰ ਮਾਰਤਾ। ਅਤੇ ਉਹ ਕਹਿੰਦੇ ਯਾਰ, ਉਹ ਤਾਂ ਮੇਰੇ ਦਫ਼ਤਰ ਵਾਲੇ ਮੈਨੂੰ ਸਹਿਯੋਗ ਦਿੰਦੇ ਸੀ। ਠੀਕ ਹੈ। ਤਾਂ ਬੜਾ ਮਤਲਬ ਮੇਰੇ ਕੋਲ ਇਕੱਠ ਹੋਇਆ ਰਿਹਾ ਕਰੇ। ਤੇ ਬਾਬੂ ਸਿੰਘ ਮਾਨ ਮਰਾੜਾ ਵਾਲਾ, ਦੇਵ ਤਰੀਕਿਆਂ ਵਾਲਾ, ਹਾਂਜੀ, ਤੇ ਇੱਕ ਆਪਣੇ ਹੋਰ ਵੀ ਬਹੁਤ ਸਾਰੇ ਗੀਤਕਾਰ ਹੋਏ ਨੇ, ਰਾਏਕੋਟ ਵਾਲੇ ਜੇ ਆਪਣੇ, ਹਾਂਜੀ, ਸਾਜਨ ਰਾਏਕੋਟੀ ਸਾਹਿਬ। ਤੇ ਉਸ ਤੋਂ ਬਾਅਦ ਤੁਹਾਡਾ ਨਾਮ ਆਉਂਦਾ, ਤੇ ਤੁਹਾਨੂੰ ਕਿੰਨਾ ਕੁ ਵਧੀਆ ਲੱਗਦਾ ਸੀ ਜਦੋਂ ਉਸ ਕਤਾਰ ਦੇ ਵਿੱਚ ਤੁਹਾਡਾ ਜ਼ਿਕਰ ਆਉਂਦਾ ਸੀ? ਅਸਲ ਦੇ ਵਿੱਚ ਇਹ ਸੀ ਕਿ ਜੇ ਇਹ ਗੀਤਕਾਰ ਸੀ ਨਾ ਪੁਰਾਣੇ ਜੀ, ਇਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਲਿਖਣ ਲੱਗਿਆ ਸੀ। ਠੀਕ ਹੈ। ਕਿਉਂਕਿ ਇਹ ਬੜਾ ਇਹਨਾਂ ਦਾ ਲੰਮਾ ਤਜਰਬਾ ਸੀ, ਇਹਨਾਂ ਦੀ ਤਪੱਸਿਆ ਹੀ ਕਹਿਣਾ ਮੈਂ ਤਾਂ ਮੈਨੂੰ ਜਦੋਂ ਇਹਨਾਂ ਤੋਂ ਬਾਅਦ ਮੇਰਾ ਨਾਂ ਆਇਆ, ਤਾਂ ਮੈਨੂੰ ਕਾਫੀ ਸਾਰੇ ਜਿਹੜੇ ਮੇਰੇ ਸਰੋਤੇ ਸੀਗੇ, ਦਰਸ਼ਕ ਸੀ, ਜਦੋਂ ਮੈਨੂੰ ਮਿਲੇ ਤਾਂ ਮੈਨੂੰ ਬੜੀ ਖੁਸ਼ੀ ਹੋਈ ਵੀ ਯਾਰ ਉਹਨੇ ਹੀ ਮੈਨੂੰ ਹੁਣ ਇੱਕ ਤਰ੍ਹਾਂ ਦਾ ਉਸੇ ਲਾਈਨ ਦੇ ਵਿੱਚ ਵੀ ਮੈਂ ਆ ਗਿਆ। ਤਾਂ ਮੈਨੂੰ ਇੰਨੇ ਲੋਕ ਜਦੋਂ ਮਿਲਣ ਵਾਸਤੇ ਆਉਂਦੇ ਆ, ਵਿਆਹ ਸ਼ਾਦੀਆਂ 'ਤੇ ਲਿਜਾਣ ਲੱਗ ਗਏ, ਹੋਰ ਬੜਾ ਕੁਛ, ਮਤਲਬ ਮੈਨੂੰ ਦੂਰ ਦੂਰ ਤੋਂ, ਜਲੰਧਰ ਸਾਈਡ, ਨਵਾਂ ਸ਼ਹਿਰ ਤੋਂ, ਤਾਂ ਉੱਥੋਂ ਮੈਨੂੰ ਆ ਕੇ ਮੇਰਾ ਪਿੰਡ ਵੀ ਦੇਖਣ ਲੱਗ ਗਿਆ। ਠੀਕ ਹੈ। ਵੀ ਤੇਰਾ ਪਿੰਡ ਵੀ ਪੱਕੇ ਵਾਲਾ ਸ਼ਰਮੀਲਾ। ਤਾਂ ਉਹ ਬੜਾ ਮੈਨੂੰ ਇਸ ਤਰ੍ਹਾਂ ਦਾ ਹੁੰਦਾ। ਉਦੋਂ ਉਮਰ ਵੀ ਸਮਝ ਲਓ ਵੀ ਮੇਰੇ ਖਿਆਲ 'ਚ 24-25 ਸਾਲ ਦੀ ਹੋਊ। ਲਿਖਣ ਤਾਂ ਮੈਂ ਪਹਿਲਾਂ ਹੀ ਲੱਗ ਗਿਆ ਸੀ, ਲਿਖਣ ਤਾਂ ਮੈਂ 5ਵੀਂ-6ਵੀਂ ਦੇ ਵਿੱਚ ਹੀ ਲੱਗ ਗਿਆ ਸੀ। ਅਤੇ ਮੈਂ ਦਰਸ਼ਕਾਂ ਨੂੰ ਇੱਕ ਦੱਸ ਦਿਆਂ ਵੀ ਇਹ ਗੱਲ ਹਾਸੋ ਨਹੀਂ ਆ, ਵੀ ਜਿਹੜਾ ਕੋਈ ਕਲਾਕਾਰ ਜਾਂ ਕਲਾ ਦੇ ਖੇਤਰ ਦੇ ਵਿੱਚ ਅੱਗੇ ਵੱਧਦਾ
ਤਾਂ ਉਹਦੀਆਂ ਨਾ 3 ਕੁ ਜਮਾਤਾਂ ਹੁੰਦੀਆਂ, ਜਿੱਦਾਂ ਉਹਦੇ ਨਾਨਕੇ, ਉਹਦਾ ਪਿੰਡ, ਉਹਦੇ ਸਹੁਰੇ, ਉਹਨੂੰ ਕਦੇ ਨਹੀਂ ਸਲਾਉਂਦੇ, ਉਹ ਕੋਈ ਨਾ ਕੋਈ ਨੁਕਸ ਕੱਢਦੇ ਰਹਿੰਦੇ ਆ। ਤੇ ਤੁਹਾਨੂੰ ਕਿੰਨੀ ਕੁ ਸਲਾਹਤਾ ਮਿਲੀ ਇਹਨਾਂ ਦੇ? ਦੇਖੋ ਮੈਨੂੰ ਤਾਂ ਜਿਹੜੇ ਸੀ ਨਾ ਮੇਰੇ ਨਾਨਕਿਆਂ ਤੋਂ, ਸਹੁਰਿਆਂ ਤੋਂ, ਮੇਰੇ ਇੱਧਰ ਮਾਤਾ ਪਿਤਾ ਤੋਂ, ਉਹ ਸੱਚੇ ਉਹਨਾਂ ਨੇ ਸ਼ੌਂਕ ਸੀ ਲਿਖਣ ਦਾ ਤੇ ਗਾਉਣ ਦਾ। ਮਤਲਬ ਛੋਟਾ ਮੋਟਾ ਉਹ ਲਿਖਦੇ ਸੀ, ਬਾਹਲਾ ਨਹੀਂ ਕੋਈ ਜ਼ਿਆਦਾ ਉਹ ਸੀਗੇ। ਤੇ ਉਹ ਮੈਨੂੰ ਕਹਿੰਦੇ ਸੀ ਵੀ ਤੂੰ ਬਸ ਸਾਰਾ ਕੰਮ ਛੱਡ ਕੇ ਗੀਤ ਲਿਖ। ਠੀਕ ਹੈ। ਜਿਹੜਾ ਮੇਰੇ ਵੱਡੇ ਭਾਈ ਸਾਹਿਬ ਸੀ, ਉਹਨਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਸੀ ਵੀ ਅੱਜ ਤੋਂ 40 ਕੋ ਤੇ ਕਿਉਂਦਾ ਅਖਾੜਾ ਲੱਗਣਾ। ਉਹ ਫਿਰ ਉੱਥੇ ਮੁੰਡੇ 10-20 ਮੁੰਡੇ ਆਪਦੇ ਟਰੈਕਟਰ ਜਾਂ ਜੀਪਾਂ ਦੇ ਉੱਤੇ ਜ਼ਰੂਰ ਜਾਂਦੇ। ਠੀਕ ਹੈ। ਮੈਨੂੰ ਕਦੇ ਕਦੇ ਉਹ ਨਾਲ ਲੈ ਕੇ ਜਾਂਦੇ। ਮੈਂ ਸੋਚਦਾ ਸੀ ਵੀ ਇੰਨਾ ਜ਼ਿਆਦਾ ਉਹਨਾਂ ਨੇ ਮੈਨੂੰ ਕੀਤਾ। ਉਹ ਕਹਿੰਦੇ ਤੂੰ ਸਾਰੇ ਕੰਮ ਛੱਡ ਯਾਰ, ਕੋਈ ਕੰਮ ਨਹੀਂ ਕਰਨਾ, ਤੂੰ ਗੀਤ ਲਿਖ। ਠੀਕ ਹੈ। ਕਿਉਂਕਿ ਗੀਤ ਉਹਨਾਂ ਨੂੰ ਚੰਗੇ ਲੱਗਦੇ ਸੀ। ਤੇ ਜਦੋਂ ਵਿਆਹੁਤਾ ਜੀਵਨ ਤੁਹਾਡਾ, ਗ੍ਰਸਤੀ ਜੀਵਨ ਸ਼ੁਰੂ ਹੋਇਆ, ਤਾਂ ਧਰਮ ਪਤਨੀ ਨੂੰ ਪਹਿਲਾਂ ਪਤਾ ਸੀ ਵੀ ਤੁਸੀਂ ਗਾਣੇ ਲਿਖਦੇ ਹੋ ਜਾਂ ਗੀਤ? ਨਹੀਂ, ਉਹ ਅਸਲ ਦੇ ਵਿੱਚ ਸਾਡੀ ਜਿਹੜਾ ਸੀ ਨਾ ਵਿਆਹ ਹੁੰਦੇ ਸੀਗੇ ਜੀ, ਉਦੋਂ 13-14 ਸਾਲ ਦੀ ਉਮਰ 'ਚ ਸਾਡੇ ਵਿਆਹ ਹੋ ਜਾਂਦੇ ਸੀਗੇ। ਤੇ ਸਾਡੀ ਤਾਂ ਬਹੁਤ ਵੱਡੀ ਪ੍ਰਾਪਤੀ, ਸਾਨੂੰ ਤਾਂ 10ਵੀਂ ਵੀ ਪਾਸ ਵੀ ਨਹੀਂ ਹੋਣ ਦਿੰਦੇ ਸੀ। ਉਹ ਤਾਂ ਬਹੁਤ ਵੱਡੀ ਪ੍ਰਾਪਤੀ ਕਹਿੰਦੇ ਸੀ ਵੀ ਯਾਰ ਮੁੰਡੇ ਦਾ ਵਿਆਹ ਹੋ ਗਿਆ, ਬਸ ਸਾਰਾ ਕੁਝ ਠੀਕ ਆ ਗਿਆ। ਠੀਕ ਹੈ। ਤਾਂ ਉਹ ਨਾਲ ਮੇਰੇ ਸਹਿਮਤ ਸੀ। ਜਦੋਂ ਵੀ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗਿਆ ਤਾਂ ਉਹ ਕਹਿੰਦੇ ਵੀ ਬਹੁਤ ਖੁਸ਼ੀ ਦੀ ਗੱਲ ਆ। ਉਹਨਾਂ ਨੇ ਵੀ ਮੇਰੀ ਬੜੀ ਹੌਸਲਾ ਜੀ ਕਰਦਾ ਗੀਤ ਬਣਾਵਾਂ ਤੇਰਾ ਖਿੜਖਿੜ ਹੱਸਦੀ ਦਾ। ਫਿਰ ਬਣਾਇਆ ਕੋਈ ਗੀਤ ਤੁਸੀਂ ਵੀ? ਗੀਤ ਤਾਂ ਅਸਲ ਦੇ ਵਿੱਚ ਮੈਂ ਨਾ ਜਿਹੜੇ ਗੀਤ ਹੈ, ਉਹ ਗੀਤ ਸਾਰੇ ਪੰਜਾਬ ਦੇ ਹੋਣੇ ਚਾਹੀਦੇ ਜੀ। ਸਮੁੱਚੇ ਰੂਪ 'ਚ ਜੋ ਅਸੀਂ ਜਿਹੜੇ ਕਲਚਰ ਦੇ ਵਿੱਚ ਅਸੀਂ ਵਿਚਰਦੇ ਹਾਂ ਜੀ, ਉਹ ਸਾਡੇ ਅੰਦਰ ਫੀਡ ਹੁੰਦਾ ਰਹਿੰਦਾ। ਸਪੈਸ਼ਲ ਮੈਂ ਕਿਸੇ ਤੇ ਕੋਈ ਗੀਤ ਨਹੀਂ ਬਣਾਇਆ। ਉਹ ਮੇਰੇ ਪਰਿਵਾਰਕ ਡਰਾਮੇ ਹੀ ਆ ਜਿਹੜੇ ਮੇਰੇ ਗੀਤ ਹੈ। ਠੀਕ ਹੈ। ਉਹ ਐਂ ਲੱਗਦਾ ਜਿਵੇਂ ਵੀ ਇਹਦੇ ਹੋਣਗੇ ਉਹਦੇ ਹੋਣਗੇ। ਤਾਂ ਮਤਲਬ ਇਸ ਤਰ੍ਹਾਂ ਮਤਲਬ ਸਪੈਸ਼ਲ ਨਾ ਤਾਂ ਮੈਥੋਂ ਹੀ ਬਣਦਾ ਗੀਤ ਜੀ ਵੀ ਉਹਨੂੰ ਦੇਖਣਾ ਗੀਤ ਬਣਾ ਦਿਆਂ। ਨਹੀਂ, ਮੈਂ ਪੰਜਾਬ ਦੇ ਸੱਭਿਆਚਾਰ ਨੂੰ ਇੰਨਾ ਮਾਣ ਹੈ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜੇ ਯਾਰ ਹੁਣ ਜਿੰਨਾ ਵੀ ਉਹ ਵਧੀਆ ਪੰਜਾਬ ਤਾਂ ਜੀ ਯਾਰ ਲਿਖਣ ਕਰਨੀ ਪਿਆ ਵੀ ਲਿਖੀਏ ਗੀਤ। ਠੀਕ ਹੈ। ਕਿਉਂਕਿ ਸਾਡੇ ਉਹ ਆ ਜਿਹੜੇ ਹੋਰ ਹੀ ਬਾਹਰਲੀਆਂ ਹਵਾਵਾਂ ਵਾਲੇ ਗੀਤ ਆ ਗਏ ਨਾ, ਇਹ ਵੀ ਹੋਣੇ ਚਾਹੀਦੇ ਕਿਉਂਕਿ ਜਿੰਨੇ ਪੰਜਾਬ ਦੇ ਵਿੱਚ ਚੇਂਜਿਸ ਆਈਆਂ। ਲੇਕਿਨ ਨਹੀਂ ਭੁੱਲਣਾ ਚਾਹੀਦਾ। ਸਾਡੇ ਜਿਹੜੇ ਪੰਜਾਬ ਹੈ ਇਸ ਦਾ ਉਹ ਲਿਖਣ ਕਰਨੀ ਪਿਆ। ਇਹ ਬੜਾ ਸੋਹਣਾ ਚੇਂਜਿਸ ਆ ਗਈਆਂ, ਉਹ ਲਿਖੋ ਉਹਦੇ ਮੁਤਾਬਕ, ਉਨੇ ਹੀ ਆਪ ਅੱਗੇ ਵੱਧ ਜਾਓ। ਲੇਕਿਨ ਇਹ ਨਹੀਂ ਹੋਣਾ ਚਾਹੀਦਾ ਵੀ ਯਾਰ ਆਪਾਂ ਉਹੀ ਉੱਪਰੀ ਜੀ ਕਸਰ ਕਰਕੇ ਜਿਵੇਂ ਕੋਈ ਐਂ ਜੇ ਲਿਖੀ ਚੱਲੀਏ ਵੀ ਇਸ ਤਰ੍ਹਾਂ ਗੀਤ ਕਿ ਆਪਾਂ ਪੰਜਾਬ ਦੇ ਨਾਲੋਂ ਟੁੱਟ ਜਾਈਏ। ਠੀਕ ਹੈ। ਸਾਡੇ ਜਿਹੜੇ ਪੰਜਾਬੀ ਗੀਤਾਂ ਦਾ ਅੰਸ਼ ਹੈ ਉਹ ਸਾਡੇ ਗੀਤਾਂ ਦੇ ਵਿੱਚ ਉਨਾ ਹੋਣਾ ਚਾਹੀਦਾ ਜਿੰਨਾ ਸਾਡੇ ਪੰਜਾਬ 'ਚ ਅਸੀਂ ਜਿਉਂਦੇ। ਤੇ ਮੁਹੰਮਦ ਸਦੀਕ ਤੋਂ ਬਾਅਦ ਤੁਹਾਨੂੰ ਕਿਹੜੀਆਂ ਆਵਾਜ਼ਾਂ ਗੀਤਾਂ ਨੂੰ ਮਿਲੀਆਂ ਤੁਹਾਡੇ? ਮੁਹੰਮਦ ਸਦੀਕ ਤੋਂ ਬਾਅਦ ਤਾਂ ਮੈਨੂੰ ਸਾਰੇ ਹੀ ਜਿਹੜੇ ਕਲਾਕਾਰ ਸੀ ਮੇਰੇ ਨਾਲ ਸੰਪਰਕ ਕੀਤਾ ਜੀ। ਜਿੰਦਾ ਨਰਿੰਦਰ ਬੀਬਾ, ਕੁਲਦੀਪ ਮਾਨਕ, ਬਲਕਾਰ ਸਿੱਧੂ, ਸੁਖਪਾਲ ਪਾਲੀ, ਗੋਰਾ ਚੱਕਾਲਾ, ਹਰਦੇ ਮਾਈ ਨੰਗਲਾ ਤੇ ਪਾਕਿਸਤਾਨ ਦੇ ਜਿਹੜੇ ਸਿੰਗਰਾਂ ਨੇ ਵੀ ਮੈਨੂੰ ਗਾਇਆ। ਠੀਕ ਹੈ। ਬਹੁਤ ਵੱਡੀ ਪ੍ਰਾਪਤੀ ਹੈ। ਬਹੁਤ ਵੱਡੀ। ਹਾਂ, ਉਹਦੇ ਵਿੱਚ ਕੀ ਹੈ ਜਿਵੇਂ ਸੰਤੂ ਖਾਨ ਕਵਾਲ ਹੈ ਜਾਂ ਬੁਸ਼ਰਾ ਸਦੀਕ ਹੈ, ਉੱਧਰ ਵੀ ਮੇਰੇ ਗਾਉਂਦੇ ਮੇਰੇ ਗੀਤ ਰਿਕਾਰਡ ਹੋਏ। ਠੀਕ ਹੈ। ਹੁਣ ਹੋਰ ਵੀ ਆਉਣਗੇ। ਮਾਨਕ ਸਾਹਿਬ ਨੇ ਤੁਹਾਡੇ ਕਿਹੜੇ ਗੀਤ ਜਿਹੜੇ ਰਿਕਾਰਡ ਕਰਵਾਏ ਨੇ? ਮਾਨਕ ਸਾਹਿਬ ਨੇ ਮੇਰੀਆਂ ਲੋਕ ਕਥਾਵਾਂ ਰਿਕਾਰਡ ਕਰਵਾਈਆਂ ਸੀ ਜੀ। ਕੋਈ ਉਹਨਾਂ 'ਚੋਂ ਸਾਰਾ ਮਤਲਬ ਜਿੰਨਾ ਹੀ ਇਹ ਸੀਗਾ, ਹੀਰ ਕਰਵਾਈ, ਮਿਰਜ਼ਾ, ਹੋਰ ਜਿਉਣਾ ਮੋੜ, ਤਾਂ ਇਹ ਵੱਖ ਮਤਲਬ ਆਪਣਾ ਪੂਰਨ ਭਗਤ। ਜਿਹੜਾ ਪੁਰਾਣੇ ਗੀਤਕਾਰ ਨੇ ਉਹਨਾਂ 'ਤੇ ਜਿਹੜਾ ਕਿੱਸਾ ਕਾਵ ਹੈ ਉਹਦਾ ਬਹੁਤ ਉਹਨਾਂ 'ਤੇ ਪਹਿਰਾਵਾ ਹੁੰਦਾ ਹੈ ਤੇ ਤੁਹਾਡੇ 'ਤੇ ਵੀ ਕਾਫੀ ਰਿਹਾ। ਤੇ ਹੋਰ ਤੁਸੀਂ ਕਿਹੜੇ ਟੌਪਿਕ ਨੇ ਜਾਂ ਕਿਹੜੇ ਮਸਲਿਆਂ 'ਤੇ ਗੀਤ ਲਿਖੇ ਨੇ? ਮੈਂ ਪੰਜਾਬ ਦੇ ਸਾਰੇ ਮਸਲਿਆਂ 'ਤੇ ਗੀਤ ਲਿਖੇ ਹੈ ਅਤੇ ਮੇਰੀ ਇੱਛਾ ਇਹ ਸੀ ਵੀ ਜਿਹੜਾ ਗੀਤ ਹੈ ਜਿਹੜੇ ਉਹ ਵੱਖ-ਵੱਖ ਉਹਨਾਂ ਵਿਧਾਵਾਂ ਦੇ ਉੱਤੇ ਲਿਖੇ ਜਾਣ, ਵੱਖ-ਵੱਖ ਸਬਜੈਕਟਾਂ 'ਤੇ ਲਿਖੇ ਜਾਣ। ਕਿਉਂਕਿ ਜਦੋਂ ਮੈਂ ਐਂਟਰੀ ਕੀਤੀ ਉਦੋਂ ਇੱਕ ਭਿਆਨਕ ਜਿਹਾ ਯੁੱਗ ਸੀਗਾ ਗੀਤਾਂ ਦਾ, ਬੜੇ ਖੁੱਲ੍ਹਾਪਣ ਜਾਂ ਤੇ ਲਚਰਤਾ ਕਹਿ ਸਕਦੇ ਹਾਂ। ਤਾਂ ਮੈਂ ਅਸਲ 'ਚ ਉਦੋਂ ਮੈਂ ਸਾਹਿਤ ਵਾਲੇ ਪਾਸੋਂ ਜਦੋਂ ਇੱਧਰ ਐਂਟਰੀ ਕਰਨ ਲੱਗਿਆ ਮੈਂ 4 ਸਵੇਰੇ ਇਹਦੇ ਘੁੰਮ ਕੇ ਦੇਖਿਆ ਜੀ ਵੀ ਆਪਾਂ ਇਹਦੀ ਐਂਟਰੀ ਕਿਵੇਂ ਕਰਨੀ ਹੈ ਇਹਦੇ ਵਿੱਚ ਜੀ। ਤਾਂ ਮੈਨੂੰ ਇਸ ਤਰ੍ਹਾਂ ਦਾ ਹੋਇਆ ਵੀ ਇਹਦੇ ਵਿੱਚ ਮੈਂ ਫਿਰ ਪੰਜਾਬੀ ਜਿਹੜੇ ਮੇਰੇ ਸਾਹਿਤਕ ਗੀਤ ਸੀਗੇ ਇਹਨਾਂ ਨੂੰ ਮੈਂ ਤੋੜ ਕੇ ਮੈਂ ਇਹ 'ਚ ਐਂਟਰੀ ਕਰਨੀ ਸੀ। ਇਹਦੇ 'ਚ ਕੁਛ ਮੈਂ ਹਾਸ ਰਸ ਪਾਇਆ। ਮੇਰੇ ਗੀਤਾਂ 'ਚ ਹਾਸ ਰਸ ਕਾਫੀ ਹੈ। ਹੈ ਨਹੀਂ ਸੱਸੇ ਮੇਰੀਆਂ ਮੈਂ ਇੱਥੋਂ ਜੋਗਾ ਰਹਿ ਗਿਆ ਜਾਂ ਗੁੱਤਮਾ ਚੁੜਿਆ ਸੱਸ ਦੀ। ਤਾਂ ਇਹ ਵੀ ਮੈਂ 2 ਗੀਤ ਲਿਖੇ ਸੀਗੇ ਜੀ। ਇੱਕ ਸੀਗਾ ਸੱਸ ਨੂੰ ਜਿਹੜਾ ਚੁੜੇਲ ਦੇ ਰੂਪ 'ਚ ਪੇਸ਼ ਕੀਤਾ ਸੀ, ਇੱਕ ਮੈਂ ਸੱਸ ਨੂੰ ਦੇਵੀ ਦੇ ਰੂਪ 'ਚ ਪੇਸ਼ ਕੀਤਾ। ਠੀਕ ਹੈ। ਉਹ ਜਿਹੜਾ ਮੈਂ ਸੱਸ ਨੂੰ ਦੇਵੀਆਂ ਦੇ ਰੂਪ 'ਚ ਪੇਸ਼ ਕੀਤਾ ਸੀ ਉਹ ਗੀਤ ਮੇਰੇ ਕੋਲ ਹੀ ਪਿਆ ਜੀ। ਉਹ ਚੁੜੇਲ ਵਾਲਾ ਪਹਿਲਾਂ ਉਹ ਸਦੀਕ ਸਾਹਿਬ ਲੈ ਗਏ। ਉਹਦੇ ਗੀਤ ਬੋਲ ਸੀਗੇ ਜਿਹੜਾ ਦੇਵੀਆਂ ਗਿਆ ਸੀ ਉਹਦੇ ਸੀਗਾ ਦਿਓਰ ਮੇਰਾ ਵੀਰ ਵਰਗਾ, ਕਹਿੰਦੀ ਸੱਸ ਮਿਲ ਗਈ ਮਾਂ ਵਰਗੀ,
ਰਿਸ਼ੀਆਂ ਦਾ ਰੂਪ ਦੱਸ ਕੇ ਉਹ ਸਹੁਰੇ ਦੀਆਂ ਸਿਫਤਾਂ ਕਰ ਗਈ। ਸ਼ਰਮੀਲੇ ਬਾਰੇ ਆਖ ਗਈ ਫੁੱਲ ਖਿੜਦੇ ਜਦੋਂ ਮੁਸਕਾਵੇ, ਪਿੰਡ ਦੇ ਚੁਬਾਰੇ ਗੂੰਜਦੇ ਕੁੜੀ ਗਿੱਧੇ 'ਚ ਬੋਲੀਆਂ ਪਾਵੇ। ਉਹ ਗੀਤ ਮੇਰੇ ਕੋਲ ਹੀ ਪਿਆ। ਠੀਕ ਤਾਂ ਉਹ ਜਿਹੜਾ ਸੀਗਾ, ਪਰ ਮੈਨੂੰ ਵਧੀਆ ਗੱਲ ਹੋਈ, ਜਿਹੜੇ ਮੇਰੇ ਕਮੇਡੀ ਗੀਤ ਸੀਗੇ ਉਹ ਆਏ ਅਤੇ ਮੈਂ ਉਹ ਜਿਹੜਾ ਚੱਕਰਵਿਊਹ ਤੋੜ ਕੇ ਐਂਟਰੀ ਕਰ ਗਿਆ ਇਹਦੇ 'ਚ, ਅਤੇ ਮੈਂ ਉਹਦੇ 'ਚ ਕਾਮਯਾਬ ਰਿਹਾ। ਠੀਕ ਹੈ। ਹਾਂ, ਇਸ ਤਰ੍ਹਾਂ ਦਾ ਮਤਲਬ। ਤੇ ਜਦੋਂ ਆਪਾਂ ਦੇਖਦੇ ਹਾਂ ਵੀ ਜਦੋਂ ਕੋਈ ਕਲਾਕਾਰ ਹੈ ਜਾਂ ਗਾਇਕ ਆ, ਜਦੋਂ ਉੱਤੇ ਰੁਤਬੇ ਤੇ ਪਹੁੰਚ ਜਾਂਦਾ ਤਾਂ ਉਹ ਅਕਸਰ ਗੀਤਕਾਰ ਦੀ ਪਹੁੰਚ ਤੋਂ ਦੂਰ ਹੋ ਜਾਂਦਾ ਹੈ। ਤੇ ਤੁਹਾਡੇ ਨਾਲ ਸਦੀਕ ਸਾਹਿਬ ਦਾ ਜਿਹੜਾ ਤਾਲਮੇਲ ਹੈ ਉਹ ਹੁਣ ਤੱਕ ਵੀ ਕਿਵੇਂ ਦਾ? ਨਹੀਂ, ਮੇਰਾ ਤਾਂ ਸਦੀਕ ਸਾਹਿਬ ਦਾ ਐਂ ਸੀ ਨਾ ਵੀ ਮੈਂ ਤਾਂ ਇਹ ਸਮਝਦਾ ਵੀ ਉਹਨਾਂ ਕੋਲੇ ਦੁਨਾਲੀ ਰਫਲ ਹੈ ਜਿਹੜੀ ਗਾਇਕੀ ਹੈ 2 ਗਾਣਿਆਂ ਵਾਲੀ। ਠੀਕ ਹੈ। ਅਤੇ ਮੇਰੇ ਕੋਲੇ ਰੌਂਦ ਹੈ। ਠੀਕ ਹੈ। ਉਹ ਇਹ ਦੋਨਾਂ ਨੂੰ ਲੋੜ ਹੁੰਦੀ ਹੈ। ਠੀਕ ਹੈ। ਨਾ ਤਾਂ ਉਹ ਰਫਲ ਕੰਮ ਕਰ ਸਕਦੀ ਹੈ, ਠੀਕ ਹੈ, ਅਤੇ ਨਾ ਹੀ ਉਹ ਰੌਂਦ। ਕਾਲੀ ਘੋੜੀ ਹਿਣਕਦੀ। ਤਾਂ ਮੈਂ ਇਹਦੇ ਬਾਰੇ ਸੋਚਿਆ ਕਿ ਯਾਰ ਉਹ ਮੇਰੇ ਫਿੱਟ ਆਉਂਦੇ ਸੀਗੇ। ਠੀਕ ਹੈ। ਜਿਹੜੀ ਮਾਰ ਕਰਨੀ ਸੀ ਨਾ ਮੇਚਾ ਜਦੋਂ ਆ ਜੇ ਫਿਰ। ਹਾਂ, ਅਤੇ ਉਹ ਸਾਰਾ ਜਿਹੜਾ ਅਸੀਂ ਮਤਲਬ ਸਾਡਾ ਆਪਸ ਦੀ ਹੁਣ ਵੀ ਵਧੀਆ, ਹੁਣ ਵੀ ਅਸੀਂ ਰਿਕਾਰਡਿੰਗ ਕਰਕੇ ਹੁਣ ਵੀ ਰਿਕਾਰਡਿੰਗ ਕਰ ਰਹੇ ਹਾਂ। ਠੀਕ ਹੈ। ਹਾਂ, ਹੁਣ ਵੀ ਕਰ ਰਹੇ ਹਾਂ। ਦੁੱਖ ਦਾ ਹਾਣੀਆਂ ਬੜਾ ਹੀ ਮੁਲਕ ਮੇਰਾ ਲੱਕ ਵੇ। ਉਹ ਜਿਹੜਾ ਗੀਤ ਉਹ ਸਦੀਕ ਸਾਹਿਬ ਦੀ ਮੈਂ ਦੋਸਤੋ ਮੰਨਦਾ ਵੀ ਉਹ ਇੱਕ ਨਵੀਂ ਪਾਰੀ ਸੀ ਉਹਨਾਂ ਦੀ। ਜਦੋਂ ਉਹਨਾਂ ਨੇ ਬੀਬੀ ਸੁਖਜੀਤ ਕੌਰ ਜੀ ਨਾਲ ਆਪਣੀ ਜਿਹੜਾ ਗਾਇਕੀ ਸਫ਼ਰ ਨੂੰ ਆਰੰਭ ਕੀਤਾ ਤਾਂ ਉਸ ਤੋਂ ਬਾਅਦ ਉਹ ਇੱਕ ਗੀਤ ਮੀਲ ਪੱਥਰ ਸਾਬਤ ਹੋਇਆ ਅਤੇ ਉਸਦੇ ਗੀਤਕਾਰ ਵੀ ਜਨਕ ਸ਼ਰਮੀਲਾ ਜੀ ਨੇ। ਉਹ ਗੀਤ ਦੀ ਵਿਉਂਤਬੰਦੀ ਕਿੱਦਾਂ ਹੋਈ? ਅਸਲ 'ਚ ਉਹੀ ਜਦੋਂ ਆਪਾਂ ਪੰਜਾਬ ਨੂੰ ਜਿਉਂਦੇ ਹਾਂ ਨਾ, ਜਿਹੜੇ ਬੰਦੇ ਨੇ ਪੰਜਾਬ ਨੂੰ ਮਾਣਿਆ, ਤਾਂ ਉਹ ਆਟੋਮੈਟਿਕ ਜਿਹੜਾ ਪੰਜਾਬ ਦਾ ਕਲਚਰ ਤੁਹਾਡੇ ਗੀਤਾਂ 'ਚ ਇਹ ਐਂਟਰੀ ਕਰਦਾ ਰਹਿੰਦਾ ਆਪਣੇ ਆਪ ਹੀ। ਤੁਹਾਨੂੰ ਉਹਦੇ ਬਾਰੇ ਕੁਝ ਸੋਚਣ ਦੀ ਲੋੜ ਨਹੀਂ ਪੈਂਦੀ। ਤਾਂ ਇਹ ਜਿੰਨੇ ਇਹਨਾਂ ਨੂੰ ਮੈਂ ਮਾਣਿਆ, ਇੱਥੋਂ ਦੇ ਨਹਿਰਾਂ ਨੂੰ, ਸੂਇਆਂ ਨੂੰ, ਟਿੱਬਿਆਂ ਨੂੰ, ਤਾਂ ਜਿੱਥੇ ਜਿੱਥੇ ਵੀ ਮੈਂ ਜਦੋਂ ਲੋਕ ਜਾਂਦੇ ਸੀਗੇ ਤੁਰ ਕੇ, ਇਹ ਸਾਰਾ ਮੈਂ ਦੇਖਿਆ। ਤਾਂ ਫਿਰ ਮੈਨੂੰ ਇਸ ਤਰ੍ਹਾਂ ਵੀ ਲੰਗੀ ਮੈਂ ਬੇਰੀਆਂ ਵੀ ਲੰਗੀ, ਮੈਨੂੰ ਲੰਗੜੇ ਰਹਿ ਗਏ ਅੱਖ ਵੇ ਹੁਣ ਦੁੱਖ ਦਾ ਹਾਣੀਆਂ ਬੜਾ ਹੀ ਮਰੂਦ ਮੇਰਾ ਲੱਗ। ਤੇ ਫਿਲਮਾਂ ਦੇ ਗੀਤ ਵੀ ਤੁਸੀਂ ਲਿਖੇ ਨੇ? ਫਿਲਮਾਂ ਮੈਂ ਇਹ ਸਦੀਕ ਸਾਹਿਬ ਨੇ ਪਹਿਲਾ ਮੌਕਾ ਦਿੱਤਾ ਸੀ ਮੈਨੂੰ ਜੀ ਪੰਜਾਬੀ ਫਿਲਮਾਂ ਦੇ ਵਿੱਚ। ਮੈਂ ਪੰਜਾਬੀ ਫਿਲਮ ਗੁੱਡੋ ਦੇ ਗੀਤ ਲਿਖ ਕੇ ਆਇਆ। ਠੀਕ ਹੈ। ਤਾਂ ਉਹ ਕਹਿੰਦੇ ਵੀ ਯਾਰ ਤੂੰ ਤਾਂ ਵਧੀਆ ਗੀਤ ਲਿਖ ਸਕਦਾ। ਪਹਿਲੇ ਪੈਰ ਨੂੰ ਚੰਦ ਚੜ੍ਹ ਜਾਂਦਾ। ਉਹ ਤੋਂ ਬਾਅਦ ਹੋਰ ਵੀ ਗੀਤ ਮੈਂ ਲਿਖੇ। ਤਾਂ ਉਹ ਸੁਰੇਸ਼ ਵਾਡੇਕਰ ਦੀ ਆਵਾਜ਼ 'ਚ ਜਿਹੜੇ ਹਿੰਦੀ ਦੇ ਹੋਇਆ, ਜਾਂ ਅਨੁਰਾਧਾ ਪੌਂਡਵਾਲ ਦੀ ਆਵਾਜ਼ 'ਚ ਕਾਫੀ ਗੀਤ ਮੇਰੇ ਰਿਕਾਰਡ ਹੋਇਆ। ਦੋਸਤੋ, ਜਿਹੜਾ ਪਹਿਲੇ ਪੈਰ ਨੂੰ ਚੰਦ ਚੜ੍ਹ ਜਾਂਦਾ ਗੀਤ ਹੈ, ਉਹਦੀ ਕੰਪੋਜੀਸ਼ਨ ਪੰਜਾਬ ਦੇ ਹੁਣ ਤੱਕ ਦੇ ਬਹੁਤ ਵੱਡੇ ਵੱਡੇ ਕਲਾਕਾਰ ਗਾ ਕੇ ਹਿੱਟ ਹੋ ਚੁੱਕੇ ਨੇ, ਤੇ ਤੁਹਾਨੂੰ ਵੀ ਪਤਾ ਹੀ ਹੋਣਾ ਜੀ ਉਹ ਕੰਪੋਜੀਸ਼ਨ ਬਾ ਕਮਾਲ ਹੈ। ਉਹ ਮੇਰੇ ਤਾਂ ਕਈ ਗੀਤ ਚੱਕ ਕੇ ਵੀ ਗਾਉਣ ਲੱਗੇ ਵਿੱਚੋਂ ਲੈਣਾ। ਠੀਕ ਹੈ। ਫਿਰ ਮੈਂ ਸੋਚਦਾ ਯਾਰ ਸਮੁੰਦਰਾਂ ਨੂੰ ਕਿਹੜਾ ਕੋਈ ਫਰਕ ਪੈਂਦਾ, ਕਰ ਲੈਣਾ। ਸਾਹਿਤ ਦੇ ਵਿੱਚ ਜਿਹੜੀ ਦੇਣ ਆ ਤੁਹਾਡੀ ਬਹੁਤ ਵੱਡੀ ਹੈ। ਹਾਂਜੀ। ਗੁਰਦਾਸ ਮਾਨ ਜੀ ਨੇ ਵੀ ਤੁਹਾਡੇ ਜਿਹੜੀ ਇੱਕ ਬੁੱਕ ਹੈ ਉਹਦੀ ਤਾਰੀਫ ਕੀਤੀ ਆ। ਉਹ ਸਾਰਾ ਸਬੱਬ ਕਿਵੇਂ ਉਸ ਲਿਖਣ ਦਾ ਬਣਿਆ ਤੇ ਉਹ ਸਾਰੀ ਕਿੱਦਾਂ ਗੱਲਬਾਤ ਉਹਨਾਂ ਨਾਲ ਹੋਈ? ਅਸਲ ਦੇ ਵਿੱਚ ਮੈਂ ਪੰਜਾਬੀ ਸਾਹਿਤ ਨੂੰ ਪੜ੍ਹਿਆ। ਵੈਸੇ ਤਾਂ ਹਰੇਕ ਗੀਤਕਾਰ ਨੂੰ ਪੜ੍ਹਨਾ ਚਾਹੀਦਾ ਜੀ। ਪੰਜਾਬੀ ਸਾਹਿਤ ਹੈ, ਨਾਵਲ ਹੈ, ਕਹਾਣੀਆਂ, ਖਾਸ ਕਰਕੇ ਪੋਇਟਰੀ। ਮੈਂ ਪੜ੍ਹਦਾ ਰਿਹਾ ਕਿਉਂਕਿ ਮੇਰਾ ਲੜਕਾ ਉੱਥੇ ਲੈਕਚਰਰ ਹੈ DAV ਕਾਲਜ ਚੰਡੀਗੜ੍ਹ ਜੀ। ਉੱਥੇ ਮੈਂ ਜਦੋਂ ਜਾਂਦਾ ਸੀ ਕਈ ਦਿਨ ਰਹਿੰਦਾ ਸੀ ਤਾਂ ਉਹ ਮੈਨੂੰ ਲਾਇਬ੍ਰੇਰੀ 'ਚੋਂ ਕਿਤਾਬਾਂ ਲਿਆਉਂਦਾ ਸੀ। ਤਾਂ ਉਹ ਉੱਥੇ ਮੈਂ ਪੜ੍ਹਦਾ ਰਿਹਾ। ਉੱਥੇ ਇੱਕ ਮੈਂ ਸੂਫੀਆਨਾ ਕਲਾਮ ਪੜ੍ਹਿਆ ਬਾਬਾ ਬੁੱਲੇ ਸ਼ਾਹ ਜੀ ਦਾ। ਤਾਂ ਜਦੋਂ ਮੈਂ ਸਮਾਂ ਪਾ ਕੇ ਉਹ ਆਟੋਮੈਟਿਕ ਹੀ ਮੈਥੋਂ ਉਹ ਗੀਤ ਲਿਖਣੇ ਸ਼ੁਰੂ ਹੋ ਗਏ। ਮੇਰੀ ਕਿਤਾਬ ਆਈ ਸੀ ਮਿਲ ਬੁੱਲਿਆ ਇੱਕ ਵਾਰ। ਵੈਸੇ ਤਾਂ ਮੈਂ 300-400 ਦੇ ਨੇੜੇ ਕਲਾਮ ਲਿਖਿਆ, ਸੂਫੀਆਨਾ ਕਲਾਮ ਜੀ। ਲੇਕਿਨ ਜਦੋਂ ਮੇਰੀ ਪਹਿਲੀ ਕਿਤਾਬ ਆਈ ਤਾਂ ਜਿਹੜੇ ਉਹ ਮੈਂ ਪਹਿਲਾਂ ਮੇਰੇ ਕੋਲ ਮੈਟਰ ਪਿਆ ਸੀ। ਠੀਕ ਹੈ। ਤਾਂ ਇਹਨਾਂ ਨੂੰ ਕੋਈ ਗਾਉਂਦਾ ਨਹੀਂ ਸੀਗਾ, ਕਈ ਸਾਲਾਂ ਦੀ ਗੱਲ ਹੈ। ਤਾਂ ਮੈਂ ਗੁਰਦਾਸ ਮਾਨ ਸਾਹਿਬ ਨਾਲ ਸੰਪਰਕ ਕੀਤਾ। ਉਹਨਾਂ ਨੂੰ ਮੈਂ ਦੱਸਿਆ, ਮੈਂ ਕਿਹਾ ਯਾਰ ਇੱਕ ਆਹ ਸਮੱਸਿਆ, ਮੈਂ 2 ਗਾਣੇ ਲਿਖਦਾ ਸੀ। ਉਹ ਕਹਿੰਦਾ ਉਹ ਤਾਂ ਮੈਨੂੰ ਪਤਾ ਹੈ। ਮੈਂ ਕਿਹਾ ਯਾਰ ਇੱਕ ਆਹ ਚੀਜ਼ ਨਵੀਂ ਆਈ ਹੈ ਮੇਰੇ ਕੋਲ, ਇਹ ਲਿਖੀ ਜਾ ਰਹੀ ਹੈ। ਉਹ ਕਹਿੰਦੇ ਵੀ ਤੁਸੀਂ ਮੈਨੂੰ ਸੁਣਾਓ ਜੀ। ਮੈਂ ਉਹਨਾਂ ਨੂੰ ਕੁਛ ਸੁਣਾਇਆ ਤਾਂ ਉਹ ਕਹਿੰਦੇ ਯਾਰ ਆਪਾਂ ਬੈਠ ਕੇ ਜਦੋਂ ਮੈਂ ਆਇਆ ਤੁਹਾਡੇ ਨਾਲ ਸੰਪਰਕ ਕਰੂੰਗਾ ਜੀ, ਤਾਂ ਤੁਸੀਂ ਕੀ ਹੁੰਦਾ ਮਤਲਬ ਮੈਨੂੰ ਜ਼ਰੂਰ ਇਹ ਸੁਣਾਇਓ। ਚਲ ਫਿਰ ਮੈਂ ਸੋਚਿਆ, ਮੈਂ ਕਿਹਾ ਯਾਰ ਮਾਨ ਸਾਹਿਬ ਐਡੇ ਰੁਝੇਵੇਂ ਵਾਲੇ ਬੰਦੇ ਆ, ਉਹ ਕਦੋਂ ਆ ਕੇ ਮੈਨੂੰ ਫੋਨ ਕਰਨਗੇ, ਫਿਰ ਮੇਰੇ ਤੋਂ ਸੁਣਨਗੇ। ਮੈਂ ਕਿਹਾ ਵੀ ਵਧੀਆ ਪਿਆਰ ਨਾਲ ਮੈਨੂੰ ਉਹਨਾਂ ਨੇ ਟਾਲਤਾ। ਲੇਕਿਨ 20 ਕੁ ਦਿਨਾਂ ਬਾਅਦ ਉਹ ਕਹਿੰਦੇ ਭਈ ਅਸੀਂ ਤਾਂ ਆ ਗਏ। ਉਹ ਕਲਾਮ ਹੀ ਲੈ ਕੇ ਆ ਅਤੇ ਸੁਣਨਾ। ਠੀਕ ਹੈ। ਤਾਂ ਮੈਂ 100-150 ਦੇ ਕਰੀਬ ਮੇਰੇ ਕੋਲ ਹੋਰ ਰਚਨਾਵਾਂ ਸੀ, ਮੈਂ ਲੈ ਕੇ ਗਿਆ। ਅਸੀਂ ਦੋਨੇ ਬੈਠੇ, ਉਹ ਸੁਣਦੇ ਗਏ, ਮੈਂ ਸੁਣਾਉਂਦਾ ਗਿਆ। ਮੈਂ 2-3 ਘੰਟਿਆਂ 'ਚ ਤਾਂ ਉਹ ਕਹਿੰਦੇ ਜਿਹੜੇ ਤਾਂ ਬਹੁਤ ਤਕੜੀ ਤੂੰ ਚੀਜ਼ ਲਿਖਿਆ, ਕਿਤਾਬ ਛਪਾ। ਤਾਂ ਉਹਨਾਂ ਨੇ ਮੇਰੀ ਹੌਸਲਾ ਅਫਜ਼ਾਈ ਬਹੁਤ ਕੀਤੀ। ਫਿਰ ਮੇਰੀ ਕਿਤਾਬ ਛਪੀ, ਉਹਨਾਂ ਨੂੰ ਵਿਖਾਈ। ਉਹਨਾਂ ਨੇ ਫਿਰ ਮੈਨੂੰ ਸ਼ਗਨ ਦਿੱਤਾ, ਪਾਠ ਕੀਤਾ ਮੇਰੇ ਬਾਰੇ, ਤੰਦਰੁਸਤੀ ਬਾਰੇ, ਲੇਖਣੀ ਬਾਰੇ। ਤਾਂ ਮੈਨੂੰ ਬੜੀ ਖੁਸ਼ੀ ਹੋਈ। ਤਾਂ ਮੇਰੀ ਉਹ ਕਿਤਾਬ ਦੇ ਵਿੱਚੋਂ ਰਚਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ MA ਪਾਠ ਫਸਟ ਦੇ ਸਿਲੇਬਸ ਦੇ ਵਿੱਚ ਲਾਈ।
ਤਾਂ ਮੈਨੂੰ ਬੜੀ ਖੁਸ਼ੀ ਹੋਈ। ਮੈਂ ਕਿਹਾ ਮਾਨ ਸਾਹਿਬ ਤਾਂ ਯਾਰ ਉਹ ਪੀਰਾਂ ਵਰਗੇ ਆ ਜਿਹੜੇ ਬੋਲ ਕਰਕੇ ਬਿਲਕੁਲ ਉਹਨਾਂ ਦੀ ਤਾਂ ਜੀ ਉਹ ਸੋਨੇ ਤੋਂ ਸੁਹਾਗੇ ਵਾਲੀ। ਤੇ ਹਾਂ ਬਹੁਤ ਵੱਡਾ ਉਹਨਾਂ ਦਾ। ਫਿਰ ਮਤਲਬ ਇਹਨਾਂ ਨੇ ਮੈਨੂੰ ਉਹ ਕੀਤਾ ਸੀ। ਅੱਜ ਦੇ ਜੇ ਮੈਂ ਗੀਤਕਾਰਾਂ ਦੀ ਗੱਲ ਕਰਾਂ ਤਾਂ ਉਹਨਾਂ ਨੂੰ ਜਿਹੜੇ ਤੁਹਾਡੇ ਵਰਗੇ ਗੁਣੀ ਲੋਕ ਨੇ ਉਹ ਪਸੰਦ ਨਹੀਂ ਕਰਦੇ, ਉਹਨਾਂ ਦੇ ਗੀਤਾਂ ਵਿੱਚ ਨੁਕਸ ਕੱਢਦੇ ਨੇ, ਤੇ ਉਹਦਾ ਕੀ ਕਾਰਨ ਹੈ ਕਿ ਤੁਹਾਨੂੰ ਕੋਈ ਪਸੰਦ ਹੈਗਾ? ਅਸਲ 'ਚ ਯਾਰ ਮੈਂ ਤੁਹਾਨੂੰ ਆਪਦੀ ਮੈਂ ਦੱਸਦਾ ਜੀ ਕਿ ਮੈਂ ਹੁਣ ਵੀ ਗੀਤ ਲਿਖ ਰਿਹਾ ਜੀ। ਤਾਂ 5% ਮੁੰਡੇ ਇਹੋ ਜਿਹੇ ਵਧੀਆ ਗੀਤ ਲਿਖਦੇ ਆ ਫੀਲਿੰਗ ਵਾਲੇ। ਜੀ ਯਾਰ ਮੈਂ ਵੀ ਸੋਚਦਾ ਵੀ ਯਾਰ ਮੈਨੂੰ ਵੀ ਇਹੋ ਜਿਹਾ ਹੋਣੇ ਚਾਹੀਦੇ। ਮੈਂ ਤੁਹਾਨੂੰ ਸੱਚੀ ਗੱਲ ਦੱਸ, ਜੀ ਬਹੁਤ ਹੀ ਖੂਬਸੂਰਤ ਗੀਤ ਲਿਖਦੇ ਆ। ਤਾਂ ਜਿਹੜੇ ਹੈਗੇ 95% ਉਹ ਮੁੰਡੇ ਅਣਜਾਣ ਆ ਜਾਂ ਸਿੱਖੇ ਨਹੀਂ, ਪਰ 5% ਮੁੰਡੇ ਐਡੇ ਵਧੀਆ ਗੀਤ ਲਿਖਦੇ ਆ ਕਿ ਜਿਨ੍ਹਾਂ ਦੀ ਮੈਂ ਸੱਚੀ ਗੱਲ ਹੈ ਮੈਂ ਉਹਨਾਂ ਤੋਂ ਪ੍ਰਭਾਵਿਤ ਹਾਂ। ਕੋਈ ਹਾਲ ਫਿਲਹਾਲ ਦੇ ਵਿੱਚ ਜਿਹੜਾ ਸੁਣਿਆ ਗਾਣਾ? ਯਾਰ ਜਿੰਨੇ ਮੁੰਡੇ ਆ, ਹਰਮਨਜੀਤ ਵਰਗੇ ਆ, ਹੋਰ ਜਿੰਨੇ ਮੁੰਡੇ ਕਾਫੀ ਬਹੁਤ ਵਧੀਆ। ਮੈਂ ਇੱਕ ਦਾ ਕੀ ਨਾਮ ਆ, ਮੈਂ ਤਾਂ 4-5 ਮਤਲਬ ਕਿ ਬਹੁਤ ਸਾਰੇ ਮੁੰਡੇ ਇਸ ਤਰ੍ਹਾਂ ਜੀ, ਬਹੁਤ ਸਾਰੇ ਗੀਤ ਵਧੀਆ ਲਿਖਦੇ ਆ, ਲੇਕਿਨ ਉਹਨਾਂ ਨੂੰ ਇੱਕ ਤਾਂ ਸਿੱਖਣ ਦਾ ਵੀ ਟਾਈਮ ਨਹੀਂ ਕਿ ਉਹ ਲਿਖਦੀ ਵਧੀਆ ਉਵੇਂ ਜ਼ਿਕਰ ਹੀ ਆ ਜਾਂਦੇ ਆ। ਤਾਂ ਲੋਕਾਂ ਨੂੰ ਉਹ ਪੀੜ੍ਹੀ ਪ੍ਰਵਾਨ ਕਰਦੀ ਹੈ। ਮੈਂ ਉਹਨਾਂ ਦਾ ਸਤਿਕਾਰ ਕਰਦਾ ਵੀ ਇਹ ਵਾਕਈ ਐਵੇਂ ਉਹਨਾਂ ਨੂੰ ਆਪਾਂ ਸਾਰੇ ਗੀਤਾਂ ਨੂੰ ਨਿੰਦ ਨਹੀਂ ਸਕਦੇ ਜੀ। ਮੇਰੀ ਇੱਛਾ ਵੀ ਮੈਂ ਉਹੋ ਜਿਹੇ ਗੀਤ ਲਿਖਾਂ, ਫਿਰ ਮੈਂ ਕੁਝ ਕਹਿਣ ਦਾ ਹੱਕਦਾਰ ਬਣਨਾ ਜੀ। ਵੀ ਯਾਰ ਨਵੀਂ ਪੀੜ੍ਹੀ ਦੇ ਨਹੀਂ ਤਾਂ ਐਵੇਂ ਕਹਿੰਦੇ ਜੀ ਕੁਛ ਨਹੀਂ ਜੀ, ਕਿਉਂ ਕੁਛ ਨਹੀਂ। ਉਹ ਤਾਂ ਨਵੇਂ ਸੁਰ ਜਿਹੇ ਜਿਹੇ ਗੀਤ ਲਿਆਉਂਦੇ, ਰੂਹ ਤੱਕ ਪਹੁੰਚ ਜਾਂਦੇ ਉਹਨਾਂ ਦੇ ਗੀਤ ਜੀ। ਤਾਂ ਮੈਂ ਆਪਦਾ ਮੇਰਾ ਖੁਦ ਦਾ ਵਿਚਾਰ ਹੈ ਵੀ ਵਧੀਆ ਗੀਤ ਮੁੰਡੇ ਲੈ ਕੇ ਆ ਰਹੇ, ਮੈਂ ਉਹਨਾਂ ਤੋਂ ਪ੍ਰਭਾਵਿਤ ਹਾਂ। ਤੇ ਅੱਜ ਦੇ ਜਿਹੜੇ ਗੀਤਕਾਰ ਨੇ, ਚਲੋ ਉਹਨਾਂ ਦੀ ਗੱਲ ਵੀ ਵੱਖਰੀ ਹੈ, ਹਾਂਜੀ। ਪਰ ਜਿਹੜੇ ਤੁਹਾਡੇ ਸਮੇਂ ਦੇ ਗੀਤਕਾਰ ਨੇ ਉਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਜਾਂ ਅੱਜ ਦੇ ਦੌਰ ਦੇ ਵਿੱਚ ਪਿੱਛੇ ਰਹਿ ਜਾਂਦੇ ਨੇ। ਤਾਂ ਤੁਹਾਡਾ ਕਦੇ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਹੋਣ ਨੂੰ ਦਿਲ ਕਰਦਾ ਵੀ ਆਪਣੇ ਗੀਤਾਂ ਦੀ ਸਾਂਝ ਪਾਈ ਜਾਵੇ ਜਾਂ ਦੱਸਿਆ ਜਾਵੇ ਕਿ ਇਹ ਗੀਤਾਂ? ਨਹੀਂ, ਮੇਰੇ ਜਿਹੜੇ ਗੀਤ ਹੈ ਨਾ, ਹੁਣ ਜਦੋਂ ਮੇਰਾ ਲੜਕਾ ਚੰਡੀਗੜ੍ਹ ਸੀ ਜੀ ਤਾਂ ਉੱਥੇ ਉਹ ਸਿੰਗਰਾਂ ਨੂੰ ਸਾਰਿਆਂ ਨੂੰ ਪਤਾ ਲੱਗਿਆ, ਜੀ। ਉਹਨਾਂ ਨਾਲ ਸੰਪਰਕ ਕੀਤਾ। ਉਹ ਕਹਿੰਦੇ ਤੁਸੀਂ ਰਿਕਾਰਡਿੰਗ ਕਰਾਓ, ਅਸੀਂ ਤੁਹਾਨੂੰ ਰਿਕਾਰਡਿੰਗ ਕਰਕੇ ਦਿੰਦੇ ਹਾਂ, ਅਤੇ ਤੁਹਾਡੇ ਡੈਡੀ ਦੇ ਗੀਤ ਮੈਨੂੰ ਚਾਹੀਦੇ ਆ। ਤਾਂ ਹੁਣ ਮੇਰੇ ਖਿਆਲ 'ਚ ਮੇਰਾ ਲਗਭਗ 100 ਦੇ ਕਰੀਬ ਗੀਤ ਆ ਰਿਹਾ। ਠੀਕ ਹੈ। ਅੱਜ ਜੁਲਾਈ ਤੋਂ ਸ਼ੁਰੂ ਹੋ ਜਾਣਾ, ਕਿਉਂਕਿ ਸੂਫੀਆਨਾ ਕਲਾਮ ਹੀ 300-400 ਲਿਖਿਆ ਸੀ। ਠੀਕ ਹੈ। ਤਾਂ ਜੇ ਅਸੀਂ ਪੰਜਾਬੀ ਗੀਤਕਾਰੀ ਦੇ ਵਿੱਚ ਅੱਗੇ ਤੁਰਨਾ ਹੈ ਤਾਂ ਤੁਹਾਨੂੰ ਨੌਜਵਾਨ ਪੀੜ੍ਹੀ ਦੇ ਮੁਤਾਬਕ ਗੀਤ ਲਿਖਣੇ ਪੈਣਗੇ, ਲੇਕਿਨ ਉਹਨਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਰੱਖਣਾ ਚਾਹੀਦਾ ਕਿ ਤੁਹਾਨੂੰ ਉਹ ਹੱਦਾਂ ਨਹੀਂ ਟੱਪਣੀਆਂ ਚਾਹੀਦੀਆਂ ਜਿਨ੍ਹਾਂ ਦਾ ਸਾਡੇ 'ਤੇ ਇੱਕ ਤਰ੍ਹਾਂ ਦਾ ਬੈਨ ਲੱਗਿਆ ਹੋਇਆ। ਜੀ। ਵਧੀਆ ਗੀਤ ਹੋਣੇ ਚਾਹੀਦੇ ਆ, ਕਿਉਂਕਿ ਤੁਹਾਡਾ 3-4 ਥਾਵਾਂ ਦਾ ਸਾਡਾ ਤਜਰਬਾ, ਪਿੰਡਾਂ ਦਾ ਵੀ ਹੈ, ਸ਼ਹਿਰਾਂ ਦਾ ਵੀ ਹੈ। ਤਾਂ ਮੇਰੀ ਇੱਛਾ ਵੀ ਮੈਂ ਵਧੀਆ ਗੀਤ ਲੈ ਕੇ ਆਵਾਂ। ਤੇ ਮੇਰੇ ਨਾ ਇੱਕ ਸਵਾਲ ਜ਼ਿਹਨ 'ਚ ਆ ਵੀ ਕੌਣ ਦੱਸੂਗਾ ਵੀ ਜਿਹੜਾ ਗੀਤਕਾਰੀ ਦਾ ਜਿਹੜਾ ਹਿੱਸਾ ਜਾਂ ਉਹਨਾਂ ਦਾ ਲੈਵਲ ਆ ਉਹ ਕਿੱਥੋਂ ਕੁ ਤੱਕ ਆ? ਵੀ ਅਸੀਂ ਛੋਟੇ ਹੁੰਦੇ ਤੋਂ ਸੁਣਦੇ ਆਏ ਹਾਂ ਜੀ ਗੀਤਕਾਰੀ ਜਾਂ ਗਾਇਕੀ ਗੰਧਲੀ ਹੈ, ਤਾਂ ਕੌਣ ਦੱਸੂਗਾ? ਅੱਜ ਦੀ ਪੀੜ੍ਹੀ ਵੀ ਕਹਿ ਰਹੀ ਹੈ ਗੰਧਲੀ ਹੈ, ਫਿਰ ਹਿਸਾਬ ਕਦੋਂ ਸੀ? ਅਸਲ ਦੇ ਵਿੱਚ ਸਾਨੂੰ ਇਹ ਨਹੀਂ ਪਤਾ ਵੀ ਗੰਧਲੀ ਪੀੜ੍ਹੀ ਕਿਹਨੂੰ ਅਸੀਂ ਯਾਰ ਅਸ਼ਲੀਲ ਗੀਤ ਕਿਹਨੂੰ ਕਹਿਣੇ ਆ ਜੀ। ਉਹ ਘਟੀਆ ਗੀਤਾਂ ਨੂੰ ਅਸ਼ਲੀਲ ਗੀਤ ਕਹੇ ਜਾਂਦੇ। ਸਾਨੂੰ ਪਹਿਲਾਂ ਤਾਂ ਇਹ ਪਤਾ ਲੱਗਣਾ ਪਊ ਅਸ਼ਲੀਲ ਗੀਤ ਹੈ ਕਿਹੜੇ, ਘਟੀਆ ਗੀਤ ਕਿਹੜੇ ਹੈ। ਜੀ। ਅਸ਼ਲੀਲ ਗੀਤ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਸੈਕਸ ਦਾ, ਕਾਮ ਦਾ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਜ਼ਿਕਰ ਹੁੰਦਾ, ਉਹਨਾਂ ਗੀਤਾਂ ਨੂੰ ਸਾਨੂੰ ਅਸ਼ਲੀਲ ਕਹਿਣਾ ਚਾਹੀਦਾ। ਬਾਕੀ ਜਿਹੜੇ ਦੂਸਰੇ ਗੀਤ ਆ ਉਹ ਘਟੀਆ ਗੀਤ ਹੋ ਸਕਦੇ। ਤਾਂ ਇਹ ਸਾਡਾ ਅਸੀਂ ਇਹਦਾ ਵਰਗੀਕਰਨ ਹੀ ਨਹੀਂ ਕੀਤਾ ਗੀਤਾਂ ਦਾ। ਠੀਕ ਹੈ। ਬਕਾਇਦਾ ਤੌਰ 'ਤੇ ਇਹਦੇ ਉੱਤੇ ਸਾਨੂੰ ਦੇਖਣਾ, ਕਿਉਂਕਿ ਘਟੀਆ ਗੀਤਾਂ ਨੂੰ ਅਸ਼ਲੀਲ ਕਹੀ ਜਾਂਦੇ ਜਾਂ ਕਈ ਬੰਦੇ ਗੀਤਾਂ ਨੂੰ ਹੀ ਅਸ਼ਲੀਲ ਕਹੀ ਜਾਂਦੇ ਆ, ਉਹਨਾਂ ਨੂੰ ਪਤਾ ਨਹੀਂ, ਬਿਲਕੁਲ ਅਣਜਾਣ। ਹਾਂ, ਇੱਕ ਇਹ ਹੈ ਵੀ ਜਿਹੜੇ ਗੀਤਾਂ ਨੂੰ ਜਿਨ੍ਹਾਂ ਨੇ ਅੱਗੇ ਲੈ ਕੇ ਆਉਣਾ ਹੈ, ਨਵੀਂ ਪੀੜ੍ਹੀ ਨੇ, ਉਹ ਗੀਤਾਂ ਨੂੰ ਉਹੀ ਅੱਗੇ ਲੈ ਕੇ ਆਉਂਦਾ। ਬਾਕੀ ਅਸਲ 'ਚ ਮੈਂ ਪੰਜਾਬੀ ਜਿਹੜੇ ਲੋਕ ਗਾਇਕੀ ਦੇ ਨਾ ਸਰੋਤਿਆਂ ਨੂੰ 4 ਭਾਗਾਂ 'ਚ ਵੰਡਦਾ। ਠੀਕ ਹੈ। ਇੱਕ ਹੈ ਨਿੰਦਕ ਸਰੋਤੇ, ਇੱਕ ਗਿਰਗਿਟ ਸਰੋਤੇ, ਇੱਕ ਆਲੋਚਕ ਸਰੋਤੇ, ਅਤੇ ਇੱਕ ਵਰਗ ਹੋਰ ਹੈ ਜਿਹੜਾ ਕਿ ਉਹ ਦੋਨੇ ਪਾਸੇ ਹੋ ਜਾਂਦਾ। ਠੀਕ ਹੈ। ਉਹਦਾ ਮਤਲਬ ਪੂਰਾ ਸਵਾਦ ਵੀ ਪੂਰਾ ਲੈਂਦਾ ਅਤੇ ਨਿੰਦਿਆ ਵੀ ਪੂਰੀ ਕਰਦਾ। ਠੀਕ ਹੈ। ਇਸੇ ਕਰਕੇ ਸਾਨੂੰ ਆਹ ਜਿਹੜੇ ਮਿੱਠੇ ਤੇ ਨਮਕੀਨ ਕਹਿ ਸਕਦੇ ਹਾਂ, ਇਸੇ ਕਰਕੇ ਜਿਹੜੇ ਮਿੱਠੇ ਤੇ ਨਮਕੀਨ ਬਿਸਕੁਟ ਕੰਪਨੀਆਂ ਨੇ ਤਿਆਰ ਕੀਤੇ। ਠੀਕ ਹੈ। ਇਹ ਦੋਨੇ ਤਰ੍ਹਾਂ ਦੇ ਹੈਗੇ ਬੰਦੇ। ਠੀਕ ਹੈ। ਇਸੇ ਕਰਕੇ ਇਹੀ ਗੱਲ ਗੀਤਾਂ 'ਤੇ ਲਾਗੂ ਹੁੰਦੀ। ਉਹ ਜਦੋਂ ਵੀ ਕੋਈ ਰੌਲਾ ਪਾਉਣਾ ਹੁੰਦਾ ਹੈ ਜਾਂ ਜੇ ਉਹ ਕਹਿੰਦਾ ਵੀ ਇਹਦਾ ਸਤਿਕਾਰ ਕਰੋ ਤਾਂ ਉਹ ਸਤਿਕਾਰ ਕਰਨਾ ਸ਼ੁਰੂ ਕਰ ਦਿੰਦੇ, ਜੇ ਇਹਦਾ ਕਹਿੰਦੇ ਨਰਾਦ ਕਰੋ ਨਰਾਦ। ਪੰਜਾਬੀ ਗੀਤਾਂ ਦੇ ਉੱਤੇ ਸਾਨੂੰ ਇੱਕ ਪਲੇਟਫਾਰਮ ਨਹੀਂ ਮਿਲਿਆ ਪੰਜਾਬੀ ਸਾਹਿਤਕਾਰਾਂ ਵੱਲੋਂ। ਜੇ ਪਲੇਟਫਾਰਮ ਮਿਲ ਜਾਂਦਾ ਉਹਦੇ ਉੱਤੇ ਸਾਡੀ ਇਹ ਬੁਰਸ਼ ਫੇਰਦੇ, ਸਫਾਈ ਕਰਦੇ, ਤਾਂ ਸਾਡੀ ਪੰਜਾਬੀ ਲੋਕ ਗਾਇਕੀ ਦੇ ਵਿੱਚ ਵਧੀਆ ਗੀਤ ਆਉਂਦੇ ਸੀ। ਤੇ ਗੀਤਕਾਰ ਅਕਸਰ ਵੇਖਿਆ ਜਾਂਦਾ ਵੀ ਉਹ ਮਿਹਨਤਾਨੇ ਦਾ
ਹਮੇਸ਼ਾ ਰੌਲਾ ਪਾਉਂਦੇ ਨੇ, ਜ਼ਿਕਰ ਕਰਦੇ ਨੇ, ਤਾਂ ਕੋਈ ਇਹੋ ਜਿਹਾ ਮੰਚ ਨਹੀਂ ਬਣ ਸਕਦਾ ਵੀ ਜਿੱਥੇ ਗੀਤਕਾਰਾਂ ਦੀ ਗੱਲ ਰੱਖੀ ਜਾ ਸਕੇ ਜਾਂ ਗੀਤਕਾਰ ਆਪਦਾ ਹੱਕ ਮੰਗਣ ਜੋਗੇ ਉਹਨਾਂ ਨਾਲ 4 ਬੰਦੇ ਹੋਣ? ਅਸਲ ਦੇ ਵਿੱਚ ਕਾਰਨ ਇਹ ਹੈ ਕਿ ਸਾਨੂੰ ਤਾਂ ਇਹੋ ਜਿਹੀ ਕੋਈ ਸਮੱਸਿਆ ਨਹੀਂ ਆਈ। ਠੀਕ ਹੈ। ਸਾਨੂੰ ਇਹ ਨਹੀਂ ਆਈ ਵੀ ਅਸੀਂ ਪਹਿਲੇ ਇਮਾਮ ਸਦੀਕ ਕੋਲੇ ਗਏ ਤਾਂ ਉਹਨਾਂ ਨੇ ਸਾਨੂੰ ਮਤਲਬ ਉਹਦਾ ਬਕਾਇਦਾ, ਜਿਹੜੀ ਉਦੋਂ HMB ਕੰਪਨੀ ਸੀ, HMB ਕੰਪਨੀ ਜਿਹੜੀ ਸੀਗੀ ਬਕਾਇਦਾ ਤੌਰ 'ਤੇ ਰਾਇਲਟੀ ਦਿੰਦੀ ਸੀ। ਉਹ ਸਾਰੇ ਗਾਮਾ ਕੰਪਨੀ ਕੋਲੇ ਉਹਦੇ ਰਾਈਟਸ ਆ ਗਏ। ਠੀਕ ਹੈ। ਤਾਂ ਹੁਣ ਉਹ ਜਿਹੜੀ ਬਕਾਇਦਾ ਮੈਨੂੰ ਉਦੋਂ ਵੀ ਇਹ ਰਾਇਲਟੀ ਦਿੰਦੀ ਸੀ ਅਤੇ ਸਦੀਕ ਸਾਹਿਬ ਨੇ ਉਦੋਂ ਬਾਅਦ ਵੀ ਮੈਨੂੰ ਉਹਦਾ ਮਿਹਨਤਾਨਾ ਦਿੱਤਾ। ਠੀਕ ਹੈ। ਮੈਨੂੰ ਮਤਲਬ ਕਿਸੇ ਵੀ ਜਿਹੜਾ ਸੀਗਾ ਸਿੰਗਰ ਨੇ ਮੇਰਾ ਕਦੇ ਕੋਈ ਪੈਸਾ ਨਹੀਂ ਦਿੱਤਾ, ਮੈਨੂੰ ਉਹ ਦਿੰਦੇ ਹੀ ਰਹੇ। ਪਹਿਲਾਂ ਗੱਲ ਕਰਕੇ ਵੀ ਇੰਨੇ ਪੈਸੇ ਤੁਹਾਨੂੰ ਅਸੀਂ ਦੇਣੇ। ਤੇ ਹੁਣ ਪਰਿਵਾਰ ਦੇ ਨਾਲ ਕਿੱਥੇ ਪੱਕਾ ਰਹਿਣ ਟਿਕਾਣਾ? ਤੁਸੀਂ ਅੱਜ ਕੱਲ੍ਹ ਕਿੱਥੇ ਰਹਿ ਰਹੇ ਹੋ? ਮੈਂ ਵੈਸੇ ਤਾਂ ਬਠਿੰਡੇ ਰਹਿ ਰਿਹਾ ਜੀ। ਪਿੰਡ ਵੀ ਚਲਾ ਜਾਂਦਾ ਅਤੇ ਚੰਡੀਗੜ੍ਹ ਵੀ ਚਲਾ ਜਾਂਦਾ। ਮੇਰਾ ਪਰਿਵਾਰ ਹੈ, ਮੇਰੇ 3 ਲੜਕੇ ਆ, ਡੋਡੀ ਆਪਦੇ ਕੰਮਾਂ 'ਤੇ, ਉਹ ਵਿਆਹ 'ਤੇ ਆਪਦੇ ਵੱਖਰੇ ਵੱਖਰੇ। ਤੇ ਕੋਈ ਦਿਲ ਦੇ ਵਿੱਚ ਇਹੋ ਜਿਹਾ ਖਿਆਲ ਜਿਹੜਾ ਰਹਿੰਦਾ ਹੋਵੇ ਵੀ ਆਹ ਗੀਤ ਸਦੀਕ ਸਾਹਿਬ ਤੋਂ ਰਿਕਾਰਡ ਕਰਵਾਉਣ ਵਾਲਾ ਮੇਰੀ ਤਮੰਨਾ ਵੀ ਉਹ ਇਸ ਗੀਤ ਨੂੰ ਰਿਕਾਰਡ ਕਰ? ਅਸਲ ਦੇ ਵਿੱਚ ਮੇਰੇ ਗੀਤ ਹੁਣ ਰਿਕਾਰਡ ਹੋ ਰਹੇ ਆ ਸਦੀਕ ਸਾਹਿਬ ਦੀ ਆਵਾਜ਼ 'ਚ। ਠੀਕ ਹੈ। ਹਾਂ, ਤਾਂ ਮੇਰਾ ਜਿਹੜਾ 400-500 ਗੀਤ ਹੈ ਲਿਖਿਆ ਹੁਣ ਜੀ, ਜਿਹੜਾ ਕਾਫੀ ਚਿਰ ਦਾ ਪਿਆ ਹੈ, ਕਿਉਂਕਿ ਕੁਛ ਜਿਹੜਾ ਟਾਈਮ ਸੀ ਨਾ ਵਿਚਲਾ, ਮੈਨੂੰ 8-7-10 ਸਾਲ ਮੈਂ ਰੁਕਣਾ ਪਿਆ। ਉਹ ਅਸਲ 'ਚ ਬੜਾ ਉਹਦੇ ਵਿੱਚ ਨਾ ਥੋੜ੍ਹਾ ਜਿਹਾ ਗੀਤਾਂ ਦੇ ਵਿੱਚ ਹਥਿਆਰ ਅਤੇ ਨਸ਼ੇ, ਠੀਕ ਹੈ, ਇਹ ਸੀ। ਫਿਰ ਇਹ ਮੇਰੇ ਫਿੱਟ ਨਹੀਂ ਸੀਗੇ, ਫਿਰ ਮੈਂ ਰੁਕ ਗਿਆ। ਗੀਤ ਮੈਂ ਲਿਖਦਾ ਰਿਹਾ। ਠੀਕ। ਹੁਣ ਜਦੋਂ ਇਹ ਗੀਤ ਆਉਣਗੇ, ਹੁਣ ਮੈਂ ਕੀ ਹੁੰਦਾ ਆਪਦਾ ਉਹ ਕਰ ਰਿਹਾ, ਇਹਨਾਂ ਨੂੰ ਮੈਂ ਰਿਕਾਰਡਿੰਗ ਕਰਕੇ ਆਪ ਲੈ ਕੇ ਆ ਰਿਹਾ। ਤੇ ਸਾਹਿਤ ਦੇ ਵਿੱਚ ਕੀ ਨਵੀਂ ਪੈੜ ਪਾ ਰਹੇ ਹੋ ਫਿਰ? ਕੀ ਸਾਹਿਤ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਨਾ, ਜਿਹੜਾ ਮੇਰਾ ਗੀਤਕਾਰੀ, ਇਹ ਮੈਂ ਬੇਸਿਕ ਤੌਰ 'ਤੇ ਮੈਂ ਪਹਿਲਾਂ ਗੀਤਕਾਰ ਹਾਂ। ਠੀਕ ਹੈ। ਸਾਹਿਤ ਦੇ ਵਿੱਚ ਮੈਂ ਇਹੋ ਜਿਹੇ ਗੀਤ ਲਿਖੇ ਸੂਫੀਆਨਾ ਕਲਾਮ ਦੇ ਜਾਂ ਹੋਰ ਦੇ। ਉਹ ਇਹੋ ਜਿਹੇ ਗੀਤ ਹੈ ਕਿ ਮੇਰੇ ਗੀਤ ਜਿਹੜੇ ਸਿੰਗਰ ਆ ਬਿਨਾਂ ਪੁੱਛੇ ਤੋਂ ਚੱਕ ਲੈਂਦੇ ਆ। ਇੱਛਾ ਤਾਂ ਮੇਰੀ ਇਹ ਸੀ ਵੀ ਸੂਫੀਆਨਾ ਕਲਾਮ ਦੀਆਂ ਮੈਂ ਕੋਈ 5-7 ਕਿਤਾਬਾਂ ਛਪਾ ਦਿਆਂ ਜੀ। ਲੇਕਿਨ ਜਦੋਂ ਮੇਰੇ ਤੋਂ ਬਿਨਾਂ ਪੁੱਛੀ ਤੀ ਉਹ ਕਰਨ ਲੱਗ ਗਏ, ਫਿਰ ਮੈਂ ਥੋੜ੍ਹਾ ਜਿਹਾ ਰੁਕ ਗਿਆ ਪਹਿਲੀ ਕਿਤਾਬ ਤੋਂ ਬਾਅਦ। ਹੁਣ ਉਹ ਜਿਹੜੇ ਮੈਂ ਪਹਿਲਾਂ ਰਿਕਾਰਡਿੰਗ ਕਰਵਾਊਂਗਾ ਸਾਰੇ, ਫਿਰ ਮੈਂ ਉਹ ਕਿਤਾਬਾਂ ਛਪਾਊਂਗਾ। ਠੀਕ ਹੈ। ਹੁਣ ਮੇਰਾ ਇਹ ਹੈ, 2 ਗਾਣੇ ਬਹੁਤ ਜ਼ਿਆਦਾ ਲਿਖ ਰਿਹਾ, ਹਿੰਦੀ 'ਚ ਲਿਖ ਰਿਹਾ, ਸੋਲੋ ਗੀਤ ਲਿਖ ਰਿਹਾ, ਰੋਮਾਂਟਿਕ ਲਿਖ ਰਿਹਾ। ਠੀਕ ਹੈ। ਹਰ ਵੰਨਗੀ ਦਾ ਲਿਖ ਰਹੇ ਹੋ? ਮੈਂ ਹਰ ਵੰਨਗੀ ਦੇ ਉੱਤੇ ਲਿਖ ਰਿਹਾ। ਠੀਕ ਹੈ। ਹਰ ਇੱਕ ਗੀਤਾਂ ਦੇ ਵਿੱਚ ਮੈਂ ਵੱਖਰੇ ਵੱਖਰੇ ਰੂਪ ਦੇਣੇ ਹੈ, ਅਤੇ ਮੈਂ ਸਿੰਗਰਾਂ ਨੂੰ ਵੀ ਇਹ ਕਹੂੰ ਵੀ ਜਰਾ ਆਹ ਗੀਤ ਵੀ ਲੈ ਕੇ ਆਓ, ਤਾਂ ਉਹ ਇਸ ਤਰ੍ਹਾਂ ਕਰਕੇ ਮੈਂ ਆਪਦੇ ਉਹ ਕਰ। ਤੇ ਜਾਂਦੇ ਜਾਂਦੇ ਕੋਈ ਇਹੋ ਜਿਹਾ ਤਜਰਬਾ ਨਵੇਂ ਗੀਤਕਾਰਾਂ ਨਾਲ ਸਾਂਝਾ ਕਰਨਾ ਚਾਹੋ ਵੀ ਗੀਤਕਾਰਾਂ ਨੂੰ ਇਹ ਚੀਜ਼ ਕਰਕੇ ਆਉਣੀ ਚਾਹੀਦੀ ਹੈ ਜਾਂ ਇਹ ਸਾਹਿਤ ਨੂੰ ਪੜ੍ਹਨਾ ਚਾਹੀਦਾ ਹੈ? ਬਾਕੀ ਦੇਖੋ, ਗੀਤਕਾਰ ਤਾਂ ਕਾਫੀ ਪੜ੍ਹੇ ਲਿਖੇ ਆ ਹੁਣ ਤਾਂ ਜੀ। ਉਹਨਾਂ ਨੂੰ ਇੱਕ ਤਾਂ ਪਿੰਗਲ ਦਾ ਥੋੜ੍ਹਾ ਜਿਹਾ ਖਿਆਲ ਰੱਖਣਾ ਚਾਹੀਦਾ, ਥੋੜ੍ਹਾ ਜਿਹਾ ਮਤਲਬ ਇਹ ਸਿੱਖ ਕੇ ਆਉਣਾ ਚਾਹੀਦਾ ਜੀ ਕਿ ਬਾਕੀ ਤਾਂ ਵਧੀਆ ਮੁੰਡੇ ਕਾਫੀ ਵਧੀਆ ਲਿਖਦੇ ਆ, ਬਾਕੀ ਜਿਹੜੇ ਬਿਨਾਂ ਉਸ ਤੋਂ ਹੀ ਲਿਖੀ ਜਾਂਦੇ ਆ ਉਹਦੇ ਬਾਰੇ ਤਾਂ ਆਪਾਂ ਕੁਛ ਕਹਿ ਨਹੀਂ ਸਕਦੇ। ਪਰ ਜਿਹੜੇ ਮੁੰਡੇ ਲਿਖਦੇ ਆ ਉਹਨਾਂ ਨੂੰ ਮੈਂ ਇਹ ਕਹਿਣਾ ਵੀ ਇਹ ਜਿਹੜੇ ਪਿੰਗਲ ਦਾ ਖਾਸ ਕਰਕੇ ਕੁਛ ਕਾਫੀਏ ਦਾ ਜਾਂ ਹੋਰ ਦਾ ਤੋਲ ਤਕਾਨ ਦਾ ਉਹ ਜ਼ਰੂਰ ਸਿੱਖਿਓ। ਬਾਕੀ ਵਧੀਆ ਲਿਖਦੇ ਆ ਕਾਫੀ ਮੁੰਡੇ, ਮੈਂ ਉਹਨਾਂ ਤੋਂ ਪ੍ਰਭਾਵਿਤ ਹਾਂ। ਚਲੋ, ਮੈਂ ਉਹਨਾਂ ਦੇ ਮੁਤਾਬਕ ਲਿਆਉਣਾ ਚਾਹੁੰਦਾ। ਠੀਕ ਹੈ। ਚਲੋ, ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਲੱਗਿਆ ਗੱਲ ਕਰਕੇ। ਸੰਦੀਪ ਜੀ, ਧੰਨਵਾਦ। ਦੋਸਤੋ, ਤੁਹਾਨੂੰ ਸਾਡਾ ਪ੍ਰੋਗਰਾਮ ਕਿਵੇਂ ਲੱਗਿਆ? ਉਮੀਦ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਸਾਡੇ ਲਈ ਆਪਣੀ ਚੰਗੀ ਰਾਏ ਜ਼ਰੂਰ ਦਿਓਗੇ। ਤੇ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਨਵੀਂ ਸ਼ਖਸੀਅਤ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।